ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਕਰਨ ਦਾ ਸਾਨੂੰ ਸਮਾਂ ਮਿਲਿਆ ਹੈ। ਹਰ ਸ਼ਨੀਚਰਵਾਰ ਅਸੀਂ ਕੋਈ ਪ੍ਰੈਜੈਂਟੇਸ਼ਨ ਜਾਂ ਕਿਸੇ ਹਿਸਟਰੀ ਦੇ ਉੱਤੇ ਜੋ ਵੀ ਸਾਨੂੰ ਮੰਗ ਆਉਂਦੀ ਹੈ ਉਹਦੀਆਂ ਵਿਚਾਰਾਂ ਅਸੀਂ ਕਰਦੇ ਹਾਂ। ਔਰ ਸਾਡੇ ਕੋਲ ਅੱਜ ਦੀ ਇਸ ਕਲਾਸ ਵਿੱਚ ਸਾਡੇ ਵੀਰ ਚਰਨਜੀਤ ਸਿੰਘ ਜੀ ਓਸ਼ਵਾ ਤੋਂ ਕੈਨੇਡਾ ਤੋਂ ਉਹ ਪ੍ਰੈਜੈਂਟੇਸ਼ਨ ਰਾਹੀਂ ਸਾਨੂੰ ਆਦਿ ਸੱਚ ਇਸ ਵਿਸ਼ੇ ਦੇ ਉੱਤੇ ਵਿਚਾਰ ਸਾਂਝੇ ਕਰਨਗੇ। तो मैं ਵੀਰ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਨ ਤੋਂ ਪਹਿਲਾਂ ਆਪ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹਨਾਂ ਨੇ ਆਪ ਜੀ ਦੇ ਸਾਹਮਣੇ ਜੋ ਵੀ ਵੀਡੀਓ ਜਾਂ ਜੋ ਵੀ ਆਡੀਓ ਜਾਂ ਜੋ ਵੀ ਪਿਕਚਰ ਸਾਡੇ ਸਾਹਮਣੇ ਰੱਖਣੀਆਂ ਨੇ, ਉਸ ਤੋਂ ਬਾਅਦ ਤੁਹਾਡੇ ਵੱਲੋਂ ਸਵਾਲ ਲੈਣੇ ਨੇ। तो ਕਿਰਪਾ ਕਰਕੇ ਆਪ ਨੇ ਆਪਣੇ ਹੈਂਡ ਰੇਜ਼ ਕਰ ਦੇਣੇ, ਹੱਥ ਖੜੇ ਕਰ ਦੇਣੇ, ਤਾਂ ਕਿ ਸਾਨੂੰ ਸਵਾਲ ਆਪ ਜੀ ਦਾ ਨਾਮ ਦੇਖਣ 'ਚ ਜਾਂ ਪੜ੍ਹਨ 'ਚ ਕੋਈ ਮੁਸ਼ਕਲ ਨਾ ਆਵੇ। तो आप जी ਨੂੰ ਬੇਨਤੀ ਕਰਾਂਗੇ ਅੱਜ ਦਾ ਇਹ ਸੈਸ਼ਨ ਜ਼ਿਆਦਾ ਸਵਾਲ ਜਵਾਬ ਦਾ ਹੀ ਹੋਏਗਾ, ਕਿਉਂਕਿ ਜਿਹੜੇ ਸਵਾਲ ਆਪ ਪੁੱਛੋਗੇ ਉਹਦਾ ਜਵਾਬ ਵੀਰ ਚਰਨਜੀਤ ਸਿੰਘ ਜੀ ਆਪ ਜੀ ਦੇ ਨਾਲ ਸਾਂਝਾ ਕਰਨਗੇ। ਇਹ ਇੱਕ ਬੜੀ ਰੋਚਕ ਪ੍ਰੈਜੈਂਟੇਸ਼ਨ ਹੋਏਗੀ, ਜਿਹਦੇ ਵਿੱਚੋਂ ਸਵਾਲ ਵੀ ਸਾਨੂੰ ਨਾਲ ਹੀ ਅਸੀਂ ਉਹਨਾਂ ਦੇ ਕੋਲੋਂ ਜਵਾਬ ਵੀ ਲੈ ਲਵਾਂਗੇ। तो ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਕਿਰਪਾ ਕਰਕੇ ਇਕਾਗਰਚਿਤ ਹੋ ਕੇ ਬੈਠੋ। ਕੋਈ ਵੀ ਗੱਲ ਆਪਣੀ ਪੁੱਛਣੀ ਹੈ, ਆਪਣਾ ਹੈਂਡ ਰੇਜ਼ ਕਰਨਾ ਤੇ ਤੁਸੀਂ ਉਹਦੇ 'ਚੋਂ ਸਵਾਲ ਪੁੱਛ ਸਕਦੇ ਹੋ। ਵੀਰ MP ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਪ੍ਰੈਜੈਂਟੇਸ਼ਨ ਦੀ ਸਲਾਈਡ ਜਿਹੜੀ ਹੈ ਉਹਨੂੰ ਸ਼ੇਅਰ ਕਰ ਦੇਣ, ਤਾਂ ਕਿ ਅਸੀਂ ਉਹਨੂੰ ਦਿਖਾ ਸਕੀਏ ਤੇ ਅੱਜ ਦੀ ਕਲਾਸ ਦੀ ਅਸੀਂ ਆਰੰਭਤਾ ਕਰੀਏ। ਤਾਂ ਮੈਂ ਵੀਰ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼ੁਰੂ ਕਰਨ ਔਰ ਬੇਸਿਕ ਭੂਮਿਕਾ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਨ। ਕਿਸ ਢੰਗ ਨਾਲ ਉਹ ਕਰਨਾ ਚਾਹੁੰਦੇ ਨੇ ਉਹ ਆਪ ਜਾਣਕਾਰੀ ਦੇਣ। ਵੀਰ ਚਰਨਜੀਤ ਸਿੰਘ ਜੀ, ਵਾਹਿਗੁਰੂ ਜੀ। ਇੱਕ ਮੇਰੀ ਵਿਚਕਾਰ ਸਿਰੋਂ ਬੇਨਤੀ ਹੈ ਜੀ ਕਿ ਜਿਹਨਾਂ ਨੇ ਹੈਂਡ ਰੇਜ਼ ਕਰਨੇ ਨੇ ਉਹ ਪਲੀਜ਼ ਡਿਜੀਟਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਅੱਛਾ ਲੱਗ ਰਿਹਾ ਜੀ। ਅੱਜ ਤੁਸੀਂ ਸਾਰੇ ਬਹੁਤ ਵਡਭਾਗੀ ਹੋ, ਗੁਰੂ ਦੀ ਪਿਆਰੀ ਗੋਦ ਵਿੱਚ ਬੈਠ ਕੇ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਹੋ, ਔਰ ਗੁਰੂ ਨੇ ਬਹੁਤ ਬਖਸ਼ਿਸ਼ ਕੀਤੀ ਹੋਈ ਹੈ। ਮੇਰੇ ਨਾਲ ਵੀਰ ਰਾਜਾ ਸਿੰਘ ਜੀ ਉਹਨਾਂ ਦਾ ਸੰਬੰਧ ਕਰੀਬ 15-17 ਸਾਲ ਪੁਰਾਣਾ ਹੈ ਜੀ। ਇੱਕ ਵਾਰੀ ਇਹਨਾਂ ਨਾਲ ਮੇਲ ਹੋਇਆ ਸੀ ਜਦੋਂ ਪਹਿਲੀ ਵਾਰੀ ਕੈਨੇਡਾ 'ਚ ਜਦੋਂ ਇਹ ਆਏ ਸੀ, ਔਰ ਇਹ ਇੰਨੀ ਸਲੋ ਰਫ਼ਤਾਰ ਨਾਲ ਗੁਰਮਤ ਗਿਆਨ ਦੀ ਵਿੱਚ ਗੁਰੂ ਨਾਨਕ ਦੇ ਪਿਆਰ ਦੀ ਖੁਸ਼ਬੂ ਮਾਣਨ ਦਾ ਮੌਕਾ ਮਿਲਦਾ ਕਿ ਉਹ ਸਾਰਾ ਸਮਾਂ ਮੈਂ ਇਹਨਾਂ ਦੇ ਨਾਲ ਜੁੜਿਆ ਵੀ ਰਿਹਾ ਇਹ ਸਾਰਾ ਸਮਾਂ, ਲੇਕਿਨ ਸੁਭਾਗ ਅੱਜ ਪ੍ਰਾਪਤ ਹੋ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਹੀ ਮੈਂ ਸੰਗਤ ਜੁਆਇਨ ਕੀਤੀ ਹੈ, ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਾਨਾ ਕਰਦਾ ਜੀ। ਬਹੁਤ ਅਸੀਸਾਂ ਤੁਹਾਡੀਆਂ ਲੈਣਾ ਚਾਹੁੰਦਾ ਜੀ। ਸੰਗਤ ਦੀ ਜਿਹੜੀ ਤੁਸੀਂ ਰੰਗ ਮਾਣ ਰਹੇ ਹੋ ਗੁਰੂ ਨਾਨਕ ਦੇ ਪਿਆਰ ਦਾ, ਉਹਦੇ ਵਿੱਚ ਮੈਨੂੰ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ। ਅੱਜ ਦੀ ਪ੍ਰੈਜੈਂਟੇਸ਼ਨ ਹੈ, ਉਹਦੀ ਥੋੜੀ ਜੀ ਰੂਪਰੇਖਾ ਇੰਝ ਹੈ ਜੀ ਕਿ ਅਸੀਂ ਸਾਰੇ ਜਾਣੇ, ਤੁਹਾਨੂੰ ਲਿੰਕ ਹਰਜੀਤ ਵੀਰ ਜੀ ਨੇ ਭੇਜਤਾ ਹੋਇਆ ਸੀ ਕੱਲ ਹੀ। 2 ਮਿੰਟ ਦੀ ਅਸੀਂ ਇੱਕ ਵੀਡੀਓ ਸਾਂਝੇ ਰੂਪ ਵਿੱਚ, ਸੰਗਤੀ ਰੂਪ ਵਿੱਚ ਵਾਚ ਕਰਾਂਗੇ ਜੀ। ਅਸੀਂ ਦੇਖਾਂਗੇ ਉਹ 2 ਮਿੰਟ ਦੀ ਵੀਡੀਓ। ਜਿਸ ਨੂੰ ਇੰਗਲਿਸ਼ ਵਰਜ਼ਨ ਚਾਹੀਦਾ ਹੋਏ ਉਹ ਵੀ ਅਵੇਲੇਬਲ ਹੈ, ਲੇਕਿਨ ਫਿਲਹਾਲ ਅੱਜ ਅਸੀਂ ਉਹਦਾ ਗੁਰਮੁਖੀ ਦੇ ਵਿੱਚ ਉਹ ਵੀਡੀਓ 2 ਮਿੰਟ ਦੀ ਹੋਈ ਹੈ ਜੀ, ਜ਼ਿਆਦਾ ਨਹੀਂ ਹੈ, ਲੇਕਿਨ ਅਸੀਂ ਉਹ ਸੰਗਤੀ ਰੂਪ ਵਿੱਚ ਕਰਾਂਗੇ ਜੀ। ਤੇ ਉਸ ਤੋਂ ਬਾਅਦ ਅਸੀਂ 2 ਮਿੰਟ ਵਿਚਾਰ ਕਰਾਂਗੇ। ਇੱਕ ਹੈਂਡ ਆਊਟ ਹੈਗਾ ਜੀ ਜਿਹੜਾ MP ਸਿੰਘ ਵੀਰ ਜੀ ਸ਼ੇਅਰ ਕਰਨਗੇ ਸਾਡੇ ਨਾਲ। ਉਹ ਡਾਇਨਾਮਿਕ ਨਹੀਂ ਹੈ, ਉਹ ਸਟੈਟਿਕ ਹੈਗਾ, ਲਾਈਕ ਉਹ ਸਿਰਫ ਇੱਕ ਬਰੋਸ਼ਰ ਟਾਈਪ ਹੈਗਾ ਹੈਂਡ ਆਊਟ, ਜਿਹੜਾ ਅਸੀਂ ਅੱਜ ਦੀ ਟੇਕਅਵੇ ਕਹਿ ਸਕਦੇ ਹਾਂ ਪੂਰੀ ਪ੍ਰੈਜੈਂਟੇਸ਼ਨ ਦੀ। ਔਰ ਜਦੋਂ ਉਹ ਦੋਨੋਂ ਚੀਜ਼ਾਂ ਅਸੀਂ ਦੇਖ ਲਾਂਗੇ ਔਰ ਸਮਝ ਲਾਂਗੇ, ਅਸੀਂ ਆਪਸ ਵਿੱਚ ਸਾਂਝੀ ਕਨਵਰਸੇਸ਼ਨਲ ਡਾਇਲੌਜੀਕਲ ਵੇ ਨਾਲ ਅਸੀਂ ਗੱਲਬਾਤ ਕਰਨੀ ਹੈ ਜੀ। ਕੁਝ ਸੁਣੀਏ ਕੁਝ ਕਹੀਏ ਦੇ ਰੂਪ ਵਿੱਚ ਇਹ ਵਾਲਾ ਸੈਸ਼ਨ ਕਰਨਾ ਜੀ। ਸੋ ਓਬਵੀਅਸਲੀ ਜਦੋਂ ਤੁਸੀਂ 2 ਮਿੰਟ ਦੀ ਉਹ ਵੀਡੀਓ ਦੇਖੀ ਹੋਏਗੀ ਤੇ ਹੁਣ ਜਦੋਂ ਅਸੀਂ ਸਾਂਝੇ ਰੂਪ ਵਿੱਚ ਦੇਖਾਂਗੇ ਉਹ ਦ੍ਰਿੜ ਹੋ ਜਾਏਗੀ, ਔਰ ਬਹੁਤ ਸਾਰੇ ਉਹਦੇ ਵਿੱਚੋਂ ਚੀਜ਼ਾਂ ਨਿਕਲ ਕੇ ਆਉਣਗੀਆਂ। ਮੈਂ ਉਹਦੀ ਮਿਸਾਲ ਤੁਹਾਨੂੰ ਅੱਜ ਸਵੇਰ ਦੀ ਦਿੰਦਾ ਕਿ ਮੈਂ ਵੀਰ ਜੀ ਨੂੰ, ਆਸਟ੍ਰੇਲੀਆ ਵਾਲਿਆਂ ਤੇਜਿੰਦਰ ਵੀਰ ਜੀ ਨੂੰ ਇੱਕ ਆਪਣਾ ਹੈਂਡ ਆਊਟ ਭੇਜਿਆ, ਤਾਂ ਮੈਨੂੰ ਇੱਕ ਅੱਖਰ ਦਾ ਪ੍ਰੋਪਰ
ਉਹਦਾ ਨਹੀਂ ਸੀ ਸਮਝ ਆ ਰਿਹਾ ਕਿ ਉਹਦਾ ਕੀ ਪੰਜਾਬੀ ਦੇ ਵਿੱਚ ਇਕੁਇਵਲੈਂਟ ਵਰਡ ਹੋ ਸਕਦਾ, ਤੇ ਵੀਰ ਨੇ ਬੜੇ ਹੀ ਪਿਆਰੇ ਸ਼ਬਦ ਦੇ ਨਾਲ ਉਹਨੂੰ ਸਜਾਇਆ ਜੀ। ਇਸੇ ਤਰ੍ਹਾਂ ਹੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਉਹ ਜਿਹੜੀ ਕੰਟੈਂਟ ਹੈਗਾ, ਜੋ ਵੀ ਅਸੀਂ ਗੁਰਬਾਣੀ ਦੀ ਸਾਂਝ ਹੈਗੀ ਹੈ, ਉਹਨੂੰ ਹੋਰ ਇੰਪਰੋਵਾਈਜ਼ ਕਰਨਾ ਜੀ ਰਲ ਮਿਲ ਕੇ। ਤਾਂ ਮੈਂ ਵੀਰ MP ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਜਿਹੜੀ 2 ਮਿੰਟ ਦੀ ਅਸੀਂ ਪਹਿਲੀ ਵੀਡੀਓ ਹੈਗੀ ਹੈ ਜੀ, ਸਾਰਿਆਂ ਨੇ ਸਾਂਝੇ ਦੇਖਣੀ ਹੈ, ਤੇ ਉਹਨੂੰ ਪਲੀਜ਼ ਸ਼ੇਅਰ ਕਰ ਦੇਣ ਜੀ ਵੀਰ MP ਸਿੰਘ ਜੀ। ਬਹੁਤ ਸ਼ੁਕਰੀਆ MP ਸਿੰਘ ਵੀਰ ਜੀ। ਆਪ ਜਿਵੇਂ ਵੀਡੀਓ ਨੂੰ ਇਹ 3 ਹਿੱਸਿਆਂ 'ਚ ਹੈ ਜੀ। ਪਹਿਲੇ ਹਿੱਸੇ 'ਚ ਗੁਰਬਾਣੀ ਦੀ ਅਗਾਧ ਬੋਧ, ਗੁਰਬਾਣੀ ਦੇ ਚਾਨਣ ਹੋਣ ਬਾਰੇ ਦਰਸਾਇਆ ਗਿਆ ਜੀ। ਦੂਸਰੇ ਹਿੱਸੇ ਵਿੱਚ ਅਨੇਕ ਵਿਧੀ ਨਾਲ ਜਿਹੜਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਉਹਨਾਂ ਵਿਧੀਆਂ ਬਾਰੇ ਦੱਸਿਆ ਗਿਆ ਜੀ। ਔਰ ਖੋਜ ਦੀ ਉਹਨਾਂ ਸਾਰੀਆਂ ਵਿਧੀਆਂ 'ਚੋਂ ਇੱਕ ਵਿਧੀ ਹੈ ਜਿਹਨੂੰ ਅਸੀਂ ਅੱਜ ਥੋੜਾ ਹੋਰ ਇਲੈਬੋਰੇਟ ਕਰਾਂਗੇ ਜੀ। ਉਸ ਚੀਜ਼ ਦੇ ਵਿੱਚ ਕੀ ਹੁੰਦਾ ਹੈ, ਉਸ ਵਿਧੀ ਰਾਹੀਂ ਕੀ ਹੁੰਦਾ। ਅਸੀਂ ਹਿਸਟੋਰੀਕਲੀ ਵੀ ਸਟੱਡੀ ਕਰਦੇ ਹਾਂ ਜੀ, ਪੋਲੀਟੀਕਲੀ ਵੀ ਸਟੱਡੀ ਕਰਦੇ ਹਾਂ, ਐਜੂਕੇਸ਼ਨਲੀ ਵੀ ਸਟੱਡੀ ਕਰਦੇ ਹਾਂ। ਸਾਰੇ ਪੱਖੋਂ ਅਨੇਕ ਵਿਧੀ ਨਾਲ ਜਿਹੜੀਆਂ ਕਿ ਬ੍ਰੌਡਲੀ ਅਸੀਂ ਡਿਵਾਈਡ ਕਰ ਸਕਦੇ ਹਾਂ। ਗਿਆਨ ਦੇ ਨਾਲ ਗਿਆਨ ਹਾਸਲ ਕਰਦੇ ਹਾਂ ਜਾਂ ਧਿਆਨ ਨਾਲ ਦੇਖਦੇ ਹਾਂ। ਸੋ ਇਹ ਸਾਰੀਆਂ ਵਿਧੀਆਂ ਦੇ ਵਿੱਚੋਂ ਖੋਜ ਇੱਕ ਵਿਧ ਹੈ ਜਿਸ ਬਾਰੇ ਅਸੀਂ ਅੱਜ ਥੋੜਾ ਜਿਹਾ ਵਿਚਾਰ ਹੋਰ ਕਰਾਂਗੇ ਜੀ। ਖੋਜ ਦੀ ਵਿਧ ਦਾ ਜਿਹੜਾ ਮੇਨ ਪ੍ਰਿੰਸੀਪਲਸ ਨੇ, ਉਹਦੇ ਵਿੱਚ 2 ਤਰ੍ਹਾਂ ਦੇ ਸਵਾਲ ਅਸੀਂ ਡਿਸਕਸ ਕਰਾਂਗੇ ਜੀ ਅੱਜ। ਕੀ ਇੱਕ ਹੁੰਦੇ ਨੇ ਉਤੇਜਕ ਪ੍ਰਸ਼ਨ, ਜਿਹੜੇ ਕਿ ਪ੍ਰੋਵੋਕਟਿਵ, ਇਸ ਵੀਡੀਓ 'ਚ ਤੁਸੀਂ ਦੇਖਿਆ ਹੋਣਾ, ਉਹਨਾਂ ਨੂੰ ਪ੍ਰੋਵੋਕਟਿਵ ਕੁਐਸਚਨਸ ਕਿਹਾ ਗਿਆ। ਤੇ ਇੱਕ ਹੁੰਦੇ ਨੇ ਆਮ ਤਰ੍ਹਾਂ ਦੇ ਕੁਐਸਚਨ, ਜਿਹੜੇ ਕਿ ਅਸੀਂ ਹੁਣ ਜਿਹੜਾ ਅਗਲਾ ਹੈਂਡਆਊਟ ਦੇਖਾਂਗੇ ਉਹਦੇ ਵਿੱਚ ਨਜ਼ਰ ਆਉਣਗੇ। ਇਹ ਦੋਨਾਂ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਸਾਨੂੰ ਆਪਣੀ ਵਿਚਾਰ ਨੂੰ ਸਟ੍ਰੀਮਲਾਈਨ, ਫੋਕਸ ਕਰਨ ਵਿੱਚ, ਇਕਾਗਰ ਕਰਨ ਵਿੱਚ ਸਹਾਈ ਹੁੰਦੇ ਨੇ। ਔਰ ਜਿਹੜਾ ਅੱਜ ਦੀ ਪ੍ਰੈਜੈਂਟੇਸ਼ਨ ਦਾ ਮੇਨ ਥੀਮ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ, ਉਹ ਇੱਕ ਮਿਸਾਲ ਹੈ ਪ੍ਰੋਵੋਕਟਿਵ ਕੁਐਸਚਨ ਦੀ, ਉਤੇਜਕ ਕੁਐਸਚਨ ਦੀ ਮਿਸਾਲ ਹੈ। ਕਿਉਂਕਿ ਅਮੂਮਨ ਅਸੀਂ ਸਿਰਫ ਜਿਹੜੀ ਸਾਨੂੰ ਕਾਲਜੀ ਵਿਦਿਆ, ਦੁਨਿਆਵੀ ਵਿਦਿਆ ਦਿੱਤੀ ਜਾਂਦੀ ਹੈ, ਉਹਦੇ ਵਿੱਚ ਸਾਨੂੰ ਪਾਸਟ, ਪ੍ਰੈਜ਼ੈਂਟ ਔਰ ਫਿਊਚਰ ਬਾਰੇ ਹੀ ਦੱਸਿਆ ਜਾਂਦਾ ਹੈ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਉਤੇਜਕ ਕੁਐਸਚਨ ਪੁੱਛਿਆ ਕਿ ਪਾਸਟ ਤੋਂ ਪਹਿਲੇ ਕੀ ਹੈਗਾ, ਜਿਹੜੀ ਕਿ ਆਦ ਸੱਚ ਦੀ, ਔਰ ਆਦ ਜਿਹੜਾ ਹੈਗਾ ਉਹ ਪਾਸਟ ਨਾਲ ਕਿਵੇਂ ਰਿਲੇਟਡ ਹੈ। ਸੋ ਇਹ ਪ੍ਰੋਵੋਕਟਿਵ ਕੁਐਸਚਨ ਦੀ ਇੱਕ ਮਿਸਾਲ ਹੈ ਜਿਹੜੀ ਅੱਜ ਦੀ ਅਸੀਂ ਸਾਂਝੀ ਵਿੱਚ ਅਸੀਂ ਡਿਸਕਸ ਕਰਾਂਗੇ ਜੀ। MP ਸਿੰਘ ਵੀਰ ਜੀ ਪਲੀਜ਼ ਉਹ ਦੂਸਰੀ ਵਾਲਾ ਦਿਖਾ ਦਿਓ ਜੀ।
ਅੱਛਾ ਠੀਕ ਹੈ, ਬਹੁਤ ਅੱਛਾ ਜੀ। ਹਾਂਜੀ, ਸੋ ਜਿਵੇਂ ਆਪ ਦੇਖ ਸਕਦੇ ਹੋ ਕਿ ਸਾਰੀ ਗੁਰਬਾਣੀ ਦੇ ਵਿੱਚ ਜਿਹੜੀ ਕੁਐਸਚਨ ਆਨਸਰ ਮੈਥਡੋਲੋਜੀ ਹੈ, ਔਰ ਸੰਗਤ ਦੇ ਵਿੱਚ ਵੀ ਜਿਹੜਾ ਮੰਡੇ ਦਾ ਟਾਈਮ ਹੈਗਾ ਜੀ, ਉਹ ਅਸੀਂ ਡੈਡੀਕੇਟ ਕੀਤਾ ਹੋਇਆ ਹੈ। ਬੜਾ ਅੱਛਾ ਲੱਗਦਾ ਜੀ ਕਿਉਂਕਿ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਹੈ ਉਹ ਗੁਰਮਤ ਤੇ ਆਧਾਰਿਤ ਹੈ, ਔਰ ਗੁਰਮਤ ਦੇ ਵਿੱਚ ਵੈਰੀ ਵੈਲ ਇੰਬੈਡਡ ਹੈ, ਵਿੱਚ ਫਾਊਂਡੇਸ਼ਨ ਹੈ ਉਸ ਦੀ, ਉਹ ਇਸ ਮੈਥਡ ਦੀ। ਸੋ ਮਹਾਰਾਜ ਨੇ ਪ੍ਰੋਵੋਕਟਿਵ ਕੁਐਸਚਨਸ ਪੁੱਛੇ ਨੇ, ਜਿਹੜੇ ਕਿ ਔਖੇ ਕੁਐਸਚਨ ਨੇ, ਆਮ ਤੌਰ ਤੇ ਉਹਨਾਂ ਨੂੰ ਬੁੱਝਣ ਦੇ ਲਈ ਸੰਗਤੀ ਰੂਪ ਵਿੱਚ ਸਾਨੂੰ ਆਉਣਾ ਪੈਂਦਾ। ਸੋ ਜਿਵੇਂ ਮਹਾਰਾਜ ਦਾ ਕੁਐਸਚਨ ਆਉਂਦਾ ਕਿ ਕਿਨ ਬਿਦ ਸਾਗਰ ਤਰੀਏ, ਰਾਈਟ, ਫਿਰ ਉਹਦਾ ਜਵਾਬ ਵੀ ਮਹਾਰਾਜ ਦਿੰਦੇ ਨੇ ਕਿ ਸਾਗਰ ਤਰਿਓ ਬਾਛਰ ਖੋਜ। ਸੋ ਖੋਜ ਦੀ ਵਿਧ ਨੂੰ ਮਹਾਰਾਜ ਨੇ ਇੱਕ ਇੰਪੋਰਟੈਂਸ ਦਿੱਤੀ ਹੋਈ ਹੈ ਜੀ, ਖੋਜ ਦੀ ਵਿਧ ਨੂੰ ਬਹੁਤ ਜ਼ਿਆਦਾ ਇਹਦੀ ਅਹਿਮੀਅਤ ਦੱਸੀ ਗਈ ਹੈ ਜੀ। ਜੇ ਅਸੀਂ ਇਹ ਦੇਖੀਏ ਕਿ ਕਰੀਬ 60,000 ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਨੇ, ਤਾਂ ਉਹਦੇ ਵਿੱਚੋਂ ਕਰੀਬ 600 ਦੇ ਕਰੀਬ ਜਿਹੜੀਆਂ ਵਿਧੀਆਂ ਨੇ ਉਹ ਖੋਜ ਦੇ ਨਾਲ, ਭਾਲਣ ਦੇ ਨਾਲ, ਢੂੰਡਣ ਦੇ ਨਾਲ, ਕਹਿ ਲਓ ਲੱਭਣ ਦੇ ਨਾਲ, ਔਰ ਇਹਨੂੰ ਲੱਭਣਾ ਕਿਵੇਂ ਹੈ, ਔਰ ਉਹਦਾ ਮੈਥਡ ਕੀ ਦੱਸਿਆ ਹੋਇਆ ਹੈ? ਮੈਥਡ ਦੱਸਿਆ ਹੋਇਆ ਸਵਾਲ ਰੇਜ਼ ਕਰਨਾ। ਹੁਣ ਸਵਾਲ ਰੇਜ਼ ਕਰਨ ਦਾ ਜਿਹੜਾ ਹੁੰਦਾ ਹੈ ਕਿ ਸਵਾਲ ਜਦੋਂ ਮਨ ਵਿੱਚ ਆਉਂਦਾ ਹੈ ਤਾਂ ਉਹ ਜਿਗਿਆਸਾ ਦਾ ਪ੍ਰਤੀਕ ਹੈ, ਖੋਜ ਦਾ ਪ੍ਰਤੀਕ ਹੈ। ਅਸੀਂ ਗਿਆਨ ਲੈਣ ਲਈ ਵੀ ਸਵਾਲ ਕਰ ਸਕਦੇ ਹਾਂ, ਵਿਚਾਰ ਸਾਂਝੇ ਕਰਨ ਲਈ ਵੀ ਸਵਾਲ ਕਰ ਸਕਦੇ ਹਾਂ, ਸਾਂਝੀਵਾਲਤਾ ਪਾਉਣ ਲਈ ਵੀ ਸਵਾਲ ਜਵਾਬ ਕਰ ਸਕਦੇ ਹਾਂ। ਬਾਅਦ ਦੇ ਵਿੱਚ ਜਾਣ ਬਾਰੇ ਸਾਨੂੰ ਕਰੇਜ ਕੀਤਾ ਗਿਆ, ਸਿੱਖਿਆ ਲੈਣ ਲਈ ਚਾਓ ਸਾਡਾ ਜਿਹੜਾ ਹੁੰਦਾ, ਉਹਦੇ ਕੰਟੈਕਸਟ ਵਿੱਚ ਵੀ ਅਸੀਂ ਸਵਾਲ ਕਰ ਸਕਦੇ ਹਾਂ। ਸੋ ਇਹ ਆਮ ਸਵਾਲ ਨੇ, ਔਰ ਜਿਸ ਤਰ੍ਹਾਂ ਦੇ ਸਵਾਲ ਗੁਰਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਪੁੱਛਣੇ, ਉਹ ਸਵਾਲਾਂ ਦੀ ਜਿਹੜੀ ਕੈਟੇਗਰੀ ਹੈ ਉਹਨੂੰ ਅਸੀਂ ਪ੍ਰੋਵੋਕਟਿਵ ਕੁਐਸਚਨ ਕਹਿੰਦੇ ਹਾਂ। ਔਰ ਅੱਜ ਅਸੀਂ ਦੋ ਕੰਮ ਕਰਨੇ ਨੇ। ਪਹਿਲੀ ਚੀਜ਼ ਜਿਹੜਾ ਹੈ, ਤੁਸੀਂ ਹੈਂਡਆਊਟ ਦੇਖ ਰਹੇ ਹੋ, ਜਿਹਦੇ ਵਿੱਚ ਦੋ ਤਰ੍ਹਾਂ ਦੇ ਸਵਾਲ ਦੱਸੇ ਗਏ ਨੇ, ਇਹ ਅਧੂਰਾ ਹੈ। ਮਿਸਾਲ ਦੇ ਤੌਰ ਤੇ ਖੋਜ ਵਿਧ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੇਰੇ ਹਿਸਾਬ ਨਾਲ ਸਿਰਫ ਮੈਂ ਉੱਥੇ ਖੋਜ ਵਿਧ ਦਾ ਹਿੱਸਾ ਪੁੱਛ ਨੂੰ ਮੰਨਿਆ, ਬਟ ਕਿਸ ਤਰ੍ਹਾਂ ਦੇ ਪੁੱਛ ਹੈ ਕਿ ਅਸੀਂ ਕਿਵੇਂ, ਕਿੰਜ, ਕਿਸ ਤਰ੍ਹਾਂ, ਕੈਸੇ, ਇਹ ਜਿਹੜੇ ਆਮ ਤੌਰ ਤੇ ਜਿਹੜੇ ਸਵਾਲ ਪੁੱਛਦੇ ਆ ਉਸ ਦੇ ਨਾਲ ਸੰਬੰਧਿਤ ਹੈ। ਹੋ ਸਕਦਾ ਹੈ ਤੁਸੀਂ ਇਹਦੇ ਵਿੱਚ ਹੋਰ ਜ਼ਿਆਦਾ ਸੁਧਾਰ ਕਰ ਸਕੋ, ਇਹਦੇ ਵਿੱਚ ਹੋਰ ਜ਼ਿਆਦਾ ਐਡੀਸ਼ਨਸ ਕਰ ਸਕੋ। ਔਰ ਇਹ ਸਾਰੇ ਜਿਹੜਾ ਹੈਂਡਆਊਟ ਹੈ, ਇਹਦੀ ਜਿਹੜੀ ਇੱਕ ਪੰਚ ਲਾਈਨ ਹੈ, ਜਿਹੜੀ ਕਿ ਕੀ ਮੈਸੇਜ ਇਹਦੇ ਚੋਂ, ਕੀ ਆਊਟਕਮ ਹੈਗਾ ਇਹਦੇ ਚੋਂ, ਉਹ ਹੈਗਾ ਕਿ ਪੜ੍ਹੀਏ ਨਾਹੀਂ ਭੇਦ ਬੁੱਝਿਆ ਪਾਉਣਾ। ਸੋ ਬੁੱਝਣ ਦੇ ਲਈ ਸਾਨੂੰ ਸਾਂਝੀਵਾਲ ਦੇ ਰੂਪ ਵਿੱਚ ਸਾਂਝੀ ਖੋਜ ਕਰਨੀ ਪੈਣੀ ਹੈ, ਇੱਕ ਦੂਸਰੇ ਨੂੰ ਸੁਣਨਾ ਔਰ ਬੋਲਣਾ ਪੈਣਾ। ਸੋ ਪਲੀਜ਼ ਹੁਣ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਆਪਣਾ ਹੱਥ ਰੇਜ਼ ਕਰਕੇ ਤੁਸੀਂ MP ਸਿੰਘ ਵੀਰ ਜੀ ਕੋਆਰਡੀਨੇਟ ਕਰ ਲੈਣਗੇ ਕਿ ਇਹ ਦੋਨਾਂ ਦੇ ਉੱਤੇ ਜੋ ਵੀ ਆਪਦੇ ਵਿਚਾਰ ਨੇ ਉੱਥੋਂ ਅਸੀਂ ਸ਼ੁਰੂ ਕਰਦੇ ਹਾਂ। ਓਬਵੀਅਸਲੀ ਤੁਸੀਂ ਜਦੋਂ ਵੀਡੀਓ ਦੇਖੀ ਹੈ ਜਾਂ ਇਹ ਹੈਂਡਆਊਟ ਦੇਖਿਆ, ਜਿਹੜਾ ਟੇਕ ਅਵੇ ਹੈਗਾ ਅੱਜ ਦੀ ਪ੍ਰੈਜੈਂਟੇਸ਼ਨ ਦਾ ਨਾਲ ਲਿਜਾਣ ਵਾਸਤੇ, ਤਾਂ ਉਹਦੇ ਬਾਰੇ ਜੋ ਵੀ ਤੁਹਾਡੇ ਕੋਲ ਸਵਾਲ ਆਉਂਦੇ ਨੇ, ਪਲੀਜ਼ ਤੁਸੀਂ ਇਹਦੇ ਵਿੱਚ ਸੁਧਾਰ ਵੀ ਕਰ ਸਕਦੇ ਹੋ, ਸਵਾਲ ਵੀ ਪੁੱਛ ਸਕਦੇ ਹੋ, ਤੇ ਰਲ ਮਿਲ ਕੇ ਇਸ ਕੰਟੈਂਟ ਨੂੰ ਅਸੀਂ ਇੰਪਰੋਵਾਈਜ਼ ਕਰ ਸਕਦੇ ਹਾਂ ਤਾਂ ਕਿ ਸੰਗਤ ਦੇ ਰੂਪ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਸਕੀਏ ਜੀ। ਵਾਹਿ ਖਾਲਸਾ ਵਾਹਿ ਫਤਿਹ ਜੀ। ਸਵਾਲ ਪੁੱਛ ਸਕਦੇ ਹੋ ਜੀ। ਹਾਂਜੀ, ਸੋ ਸੰਗਤ ਜੋ ਜਿਹਨੇ ਵੀ ਸਵਾਲ ਪੁੱਛਣਾ ਜੀ, ਉਹ ਆਪਣੇ ਮੋਰ ਵਾਲੀ ਆਪਸ਼ਨ 'ਤੇ ਜਾ ਕੇ ਤੇ ਰੇਜ਼ ਹੈਂਡ ਦੇ ਉੱਤੇ ਕਲਿੱਕ ਕਰੋਗੇ ਤੇ ਆਪ ਦਾ ਡਿਜੀਟਲ ਹੈਂਡ ਸਾਨੂੰ ਸਕਰੀਨ ਤੇ ਨਜ਼ਰ ਆ ਜਾਏਗਾ। ਹਾਂਜੀ, ਸਰਦਾਰ ਪ੍ਰਭ ਕੀਰਤਨ ਸਿੰਘ ਜੀ ਤੋਂ ਸ਼ੁਰੂਆਤ ਕਰਦੇ ਹਾਂ, तो उन्होंने रिक्वेस्ट है कि अपने आप अनम्यूट कर लो जी। हाँ जी वीर जी, वाहिगुरू जी खालसा वाहिगुरू जी की फतेह जी। आवाज आ रही है जी? हाँ जी, आ रही जी वीर जी, हाँ मेरा सवाल वीर जी ये है कि तुसी सवालों की गल कीती है, ते असी सवाल जिहड़े पुछे जांदे ने ये किस तरह अंदाजा लगाइए कि वो बई सवाल किन्नी टाइप दे ने? पहला तो मेरा सवाल ये है, ਤੇ ਕਈ ਸਵਾਲ ਜਿਹੜੇ ਨੇ ਉਹ ਇੱਕ ਓਨੈਸਟ ਕੁਐਸਚਨ ਨਹੀਂ ਹੁੰਦੇ, ਉਹਨਾਂ ਦੇ ਬਾਰੇ ਅਸੀਂ ਕਿਸ ਤਰ੍ਹਾਂ ਸਾਨੂੰ ਟੈਕਲ ਕਰਨਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਮਤਲਬ ਉਹਨੂੰ ਸਮਝਣਾ ਚਾਹੀਦਾ ਹੈ ਕਿ ਉਹ ਬੰਦਾ ਇਹ ਸਵਾਲ ਕਿਉਂ ਪੁੱਛ ਰਿਹਾ, ਉਹਦੀ ਇੰਟੈਂਸ਼ਨ ਕੀ ਹੈ? ਜੀ
ਜੀ ਕਿਉਂਕਿ ਬਾਅਦ ਜੀ ਬਿਲਕੁਲ ਅੱਛਾ ਜੀ। ਚਰਚਾ ਜਿਹੜੀ ਆ ਉਹ ਤਾਂ ਹੀ ਚਰਚਾ ਤਾਂ ਹੀ ਸਹੀ ਤਰ੍ਹਾਂ ਨਾਲ ਹੋ ਸਕਦੀ ਹੈ ਜੇ ਸਵਾਲ ਓਨੈਸਟ ਹੋਣ ਤੇ ਤਾਂ ਅਸੀਂ ਚਰਚਾ ਕਰ ਸਕਦੇ ਹਾਂ। ਪਰ ਸਵਾਲ ਬਹੁਤ ਵਾਰ ਇਦਾਂ ਮਹਿਸੂਸ ਹੁੰਦਾ ਹੈ ਕਿ ਸਿਰਫ ਸਵਾਲ ਕਰਨ ਲਈ ਜਾਂ ਕਿਸੇ ਹੋਰ ਪਰਪਸ ਮੰਤਵ ਦੇ ਨਾਲ ਅਲਟੀਰੀਅਰ ਮੋਟਿਵ ਦੇ ਨਾਲ ਸਵਾਲ ਕੀਤੇ ਜਾ ਰਹੇ ਨੇ। ਉਹਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਆਪਣੇ ਵਿਚਾਰ ਦੱਸੋ। ਜੀ ਜੀ, ਆਈ ਥਿੰਕ ਤੁਸੀਂ ਬਹੁਤ ਅੱਛੇ ਸਵਾਲ ਦੇ ਨਾਲ ਇਹ ਸਾਰੀ ਚੀਜ਼ ਦੀ ਸ਼ੁਰੂਆਤ ਕਰ ਰਹੇ ਹੋ। ਬਿਕੋਜ਼ ਜਿਹੜਾ ਸਾਡਾ ਆਦ ਸੱਚ ਦਾ, ਜੁਗਾਦ ਸੱਚ ਦਾ, ਹੈ ਪੀ ਸੱਚ ਦਾ, ਹੋਸੀ ਵੀ ਸੱਚ ਦਾ ਟੌਪਿਕ ਹੈ, ਉਹਦੇ ਨਾਲ ਇਹ ਰਿਲੇਟ ਕਰਦਾ ਜੀ। ਸਵਾਲ ਕਿਸ ਤਰ੍ਹਾਂ ਦੇ ਪੁੱਛੇ ਜਾਣੇ ਚਾਹੀਦੇ ਨੇ, ਕਿਸ ਤਰ੍ਹਾਂ ਦੀ ਉਹਦੀ ਇੰਟੈਂਸ਼ਨ ਹੋ ਸਕਦੀ ਹੈ। ਸੋ ਅਗਰ ਅਸੀਂ ਇਹ ਪਹਿਲੇ ਮੈਂ ਤੁਹਾਡੀ ਇੰਟੈਂਸ਼ਨ ਦਾ ਆਨਸਰ ਕਰਦਾ ਜੀ ਕਿ ਕੋਈ ਵੀ ਸਵਾਲ ਗਲਤ ਸਵਾਲ ਨਹੀਂ ਹੈ, ਔਰ ਅਸੀਂ ਇਸ ਚੀਜ਼ ਨੂੰ ਜੱਜ ਵੀ ਨਹੀਂ ਕਰ ਸਕਦੇ ਕਿ ਉਸਨੇ ਕਿਸ ਹਿਸਾਬ ਨਾਲ, ਕਿਸ ਮੰਤਵ ਨਾਲ ਸਵਾਲ ਕੀਤਾ, ਕਿਉਂਕਿ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਸਾਰਾ ਕੁਝ ਹੀ ਸਭ ਕੁਝ ਭਲੋ ਭਲੋ ਰੇ। ਸੋ ਜੇ ਸਭ ਕੁਝ ਹੀ ਭਲਾ ਹੋ ਰਿਹਾ, ਵਿਚ ਮੀਨਸ ਕਿ ਅਗਰ ਅਸੀਂ ਉਹਦੀ ਇੰਟੈਂਸ਼ਨ ਵੱਲ ਜਾਵਾਂਗੇ ਸਵਾਲ ਕਰਨ ਵਾਲੇ ਦੀ, ਤਾਂ ਸਾਨੂੰ ਅਸੀਂ ਜੱਜਮੈਂਟਲ ਹੋ ਗਏ ਜੀ। ਤਾਂ ਉਹਦੇ ਨਾਲ ਸਾਨੂੰ ਐਂ ਲੱਗੇਗਾ ਕਿ ਅਸੀਂ ਕੁਝ ਚੀਜ਼ ਦਾ ਨਿਤਾਰਾ ਕਰ ਰਹੇ ਹਾਂ, ਆਪਣਾ ਬਾਇਸ ਹੈਗਾ ਸਾਡਾ। ਲੇਕਿਨ ਜਦੋਂ ਅਸੀਂ ਗੁਰੂ ਨੂੰ ਪੁੱਛ ਕੇ ਉਹਦਾ ਜਵਾਬ ਦੇਣ ਵੱਲ ਜਾਵਾਂਗੇ ਤੇ ਸਾਡੇ ਲਈ ਇੱਕ ਉਹਦੇ ਵਿੱਚ ਲਰਨਿੰਗ ਓਪਰਚੁਨਿਟੀ ਹੋਏਗੀ। ਕਿਉਂਕਿ ਅਸੀਂ ਸਾਰੇ ਜਾਣੇ ਹੀ ਖੋਜ ਵਿਧ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼, ਇੱਕ ਫਾਊਂਡੇਸ਼ਨਲ ਚੀਜ਼ ਤੁਸੀਂ ਵੀਡੀਓ 'ਚ ਵੀ ਦੇਖੀ ਹੋਣੀ ਹੈ, ਨਾ ਕੋ ਮੂਰਖ ਨਾ ਕੋ ਸਿਆਣਾ। ਸੋ ਉਹਦੀ ਜਿਹੜੀ ਗਰਾਊਂਡਿੰਗ ਹੈ, ਦੈਟਸ ਗਰਾਊਂਡਡ ਇਨ ਕਿ ਉਹਦੀ ਅੰਡਰਸਟੈਂਡਿੰਗ ਜਿਹੜੀ ਹੈ, ਅਸੀਂ ਸਾਰੇ ਜਾਣੇ ਰਲ ਮਿਲ ਕੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਸੰਗਤੀ ਰੂਪ ਵਿੱਚ ਗੁਰੂ ਦੀ ਓਟ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਉਹਨਾਂ ਦੇ ਸਵਾਲਾਂ ਦੇ ਜਵਾਬ ਲੱਭਣੇ ਨੇ। ਤੇ ਜਿਹੜੇ ਸਵਾਲ ਕਰ ਰਹੇ ਨੇ ਉਹ ਵੀ ਉਸ ਕੰਟੈਕਸਟ ਦੇ ਵਿੱਚ ਹੀ ਸਵਾਲ ਹੈਗੇ ਨੇ। ਔਰ ਉਹ ਅਸੀਂ ਡਿਵਾਈਡ ਕਿਵੇਂ ਕਰਦੇ ਹਾਂ, ਹੁਣ ਸੈਕੰਡ ਪਾਰਟ ਆ ਜਾਂਦਾ, ਹਾਊ ਡੂ ਵੀ ਡਿਵਾਈਡ, ਡਿਸਟਿੰਕਸ਼ਨ ਕਿਵੇਂ ਕਰਦੇ ਹਾਂ ਜੀ। ਜਿਹੜੇ ਵੀ ਸਵਾਲ ਪਾਸਟ ਦੇ ਨਾਲ ਰਿਲੇਟਡ ਹੈ ਜੀ, ਪ੍ਰੈਜ਼ੈਂਟ ਦੇ ਨਾਲ ਰਿਲੇਟਡ ਹੈ ਜੀ, ਫਿਊਚਰ ਦੇ ਨਾਲ ਰਿਲੇਟਡ ਹੈ ਜੀ, ਉਹ ਅਸੀਂ ਉਹਨਾਂ ਦੀ ਕੈਟੇਗਰੀ ਜਿਹੜੀ ਹੈ ਉਹ ਆਮ ਸਵਾਲ ਦੀ ਕੈਟੇਗਰੀ ਕਰ ਦਿੰਦੇ ਹਾਂ, ਕਿਉਂਕਿ ਉਹਦੇ ਵਿੱਚ ਸਾਨੂੰ ਕੋਈ ਗਿਆਨ ਲੈਣ ਬਾਰੇ ਗੱਲ ਹੋ ਰਹੀ ਹੋ ਸਕਦੀ ਹੈ, ਸਾਡਾ ਗਿਆਨ ਵਿੱਚ ਵਾਧਾ ਹੋਣ ਬਾਰੇ ਗੱਲ ਪੁੱਛੀ ਜਾ ਸਕਦੀ ਹੈ। ਸੋ ਕੋਈ ਸਾਡਾ ਧਿਆਨ ਨਹੀਂ ਲੱਗ ਰਿਹਾ, ਉਹਦੇ ਬਾਰੇ ਇਕਾਗਰ ਚਿੱਤ ਮਨ ਕਰਨ ਬਾਰੇ, ਪ੍ਰੈਜ਼ੈਂਟ ਮੂਮੈਂਟ ਦੇ ਚੈਲੰਜਸ ਬਾਰੇ, ਫਿਜ਼ੀਕਲ, ਮੈਂਟਲ ਜਾਂ ਸਾਡੀ ਸਪਿਰਿਚੁਅਲ ਅਵੇਕਨਿੰਗ ਵਾਸਤੇ ਕੋਈ ਸਾਡੀ ਜਿਹੜੀ ਚਾਹ ਹੈ ਉਹਦੇ ਅਕੋਰਡਿੰਗਲੀ ਹੋ ਸਕਦੀ ਹੈ। ਪਰ ਜਿਹੜੀ ਹੈ ਪਹਿਲੀ ਮਹਾਰਾਜ ਦੀ ਪ੍ਰੋਵੋਕਟਿਵ ਕੁਐਸਚਨਿੰਗ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਆਪਣੇ ਆਪ ਵਿੱਚ ਇੱਕ ਸਵਾਲ ਵੀ ਹੈ ਤੇ ਇਹਦਾ ਜਵਾਬ ਵੀ ਹੈ। ਸਵਾਲ ਕਿਵੇਂ ਹੈ? ਕਿਉਂਕਿ ਜਿਹੜੇ ਵੀ ਅਸੀਂ ਲੈਂਗੁਏਜ ਪੜ੍ਹਦੇ ਹਾਂ, ਪੰਜਾਬੀ, ਹਿੰਦੀ, ਕੋਈ ਵੀ, ਕਿਸੇ ਵੀ ਇੰਗਲਿਸ਼, ਕਿਸੇ ਵੀ ਜ਼ੁਬਾਨ ਵਿੱਚ ਸਾਨੂੰ 3 ਤਰ੍ਹਾਂ ਦੇ ਟੈਂਸ ਪੜ੍ਹਾਏ ਜਾਂਦੇ ਨੇ, ਪਾਸਟ, ਪ੍ਰੈਜ਼ੈਂਟ, ਫਿਊਚਰ, ਜਿਹਦੇ ਕਰਕੇ ਸਾਡਾ ਜਿਹੜਾ ਮਨ ਹੈ ਉਹ ਕਦੀ ਪਾਸਟ ਵਿੱਚ ਵੇਵਰ ਕਰਦਾ, ਕਦੀ ਫਿਊਚਰ 'ਚ ਜਾ ਕੇ ਫਿਕਰ ਕਰਦਾ, ਔਰ ਕਦੀ ਪ੍ਰੈਜ਼ੈਂਟ ਦੇ ਵਿੱਚ ਆਪਣੇ ਆਪ ਨੂੰ ਆਪਣੀ ਹੋਂਦ ਮਹਿਸੂਸ ਕਰਦਾ। ਸੋ ਉਹ ਟਰਾਈ ਮੋਡਲ, ਇਹਨੂੰ ਆਪਾਂ ਟਰਾਈ ਮੋਡਲ ਰਿਐਲਿਟੀ ਕਹਿ ਸਕਦੇ ਹਾਂ, ਜਿਹਦੇ ਵਿੱਚ ਅਸੀਂ ਐਕਸਪੀਰੀਅੰਸ ਕਰਦੇ ਹਾਂ। ਜਿਹੜਾ ਸਾਡਾ ਮੀਨਿੰਗਫੁਲ ਐਕਸਪੀਰੀਅੰਸ ਹੈ, ਇਟ ਇਮਰਜਿਸ ਫਰੋਮ ਦੀ ਟਰਾਈ ਮੋਡਲ ਰਿਐਲਿਟੀ। ਪਰ ਗੁਰੂ ਨਾਨਕ ਸਾਹਿਬ ਉਹਨੂੰ ਜਦੋਂ ਆਦ ਅੱਖਰ ਵਿੱਚ ਪਾ ਦਿੰਦੇ ਨੇ, ਉਹ ਆਪਣੇ ਆਪ ਵਿੱਚ ਸਵਾਲੀਆ ਚਿੰਨ੍ਹ ਹੈ, ਪ੍ਰੋਵੋਕਟਿਵ ਕੁਐਸਚਨ ਹੈ ਕਿ ਇਹ ਆਦ ਕੀ ਹੈ। ਸੋ ਜਦੋਂ ਅਸੀਂ ਆਦ ਬਾਰੇ ਸੋਚਣ ਲੱਗਦੇ ਹਾਂ ਤਾਂ ਅਸੀਂ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਟਰਾਈ ਮੋਡਲ ਰਿਐਲਿਟੀ ਨੂੰ ਛੱਡ ਕੇ ਸਾਡੇ ਜਿਹੜੇ ਸਵਾਲ ਕਰਨ ਦਾ, ਸਾਡੇ ਸਵਾਲ ਦੀ ਜਿਹੜੀ ਮਿਆਰ ਹੈ, ਸਾਡੇ ਸਵਾਲ ਦੀ ਜਿਹੜੀ ਕੁਆਲਿਟੀ ਹੈ, ਉਹ ਉਸ ਪਾਸੇ ਵੱਲ, ਗੁਰੂ ਦੀ ਓਟ ਵੱਲ, ਗੁਰੂ ਦੇ ਕੋਲੋਂ ਪੁੱਛਣ ਵੱਲ, ਗੁਰੂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਸ ਪਾਸੇ ਵੱਲ ਚਲੀ ਜਾਂਦੀ ਹੈ। ਹਾਂਜੀ, ਇੱਕ ਨੈਕਸਟ ਹੈਂਡ ਰੇਜ਼ਡ ਹੈ ਸਰਦਾਰ ਰਾਜਾ ਸਿੰਘ ਜੀ ਦਾ। ਪਰ ਉਸ ਤੋਂ ਪਹਿਲੇ ਮੇਰੀ ਇੱਕ ਰਿਕੁਐਸਟ ਹੈ ਸਰਦਾਰ ਚਰਨਜੀਤ ਸਿੰਘ ਜੀ ਨੂੰ ਕਿ ਸੰਗਤ ਵਾਸਤੇ ਬਿਹਤਰ ਹੋਏਗਾ ਜੇਕਰ ਆਪ ਜੀ ਆਪਣੀ ਵੀਡੀਓ ਔਨ ਕਰ ਲਓਗੇ। ਧੰਨਵਾਦ ਜੀ। ਸੌਰੀ ਜੀ, ਜੀ ਮੈਂ ਬੈਂਡਵਿਡਥ ਕਰਕੇ ਨਹੀਂ ਸੀ ਕੀਤੀ, ਬੈਂਡਵਿਡਥ ਬਹੁਤ ਲੱਗ ਜਾਂਦੀ ਤਾਂ। ਚਲੋ ਜੇ ਦਿੱਕਤ ਆਏਗੀ ਤੇ ਫਿਰ ਬੰਦ ਕਰ ਲੈਣਾ। ਜੀ ਵੀਰ ਜੀ, ਜੀ ਵੀਰ ਜੀ। ਨੈਕਸਟ ਸਰਦਾਰ ਰਾਜਾ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਜਿਹੜਾ ਕੁਐਸਚਨ ਹੈ ਉਹ ਤਕਰੀਬਨ 50% ਤੇ ਚਰਨਜੀਤ ਸਿੰਘ ਜੀ ਨੇ ਕਵਰ ਕਰ ਲਿਆ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ। ਹੁਣ ਮੇਰੀ ਬੇਨਤੀ ਇਹੀ ਹੈ ਕਿ ਇਹ ਠੀਕ ਹੈ ਕਿ ਹਮੇਸ਼ਾ 3 ਟੈਂਸ ਹੀ ਹੁੰਦੇ ਨੇ, ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜਾ 3 ਨੂੰ 4 ਬਣਾ ਦਿੱਤਾ, ਆਦ ਸੱਚ ਲਾ ਕੇ, ਵੀ ਆਇਆ ਕਿਸੇ ਹੋਰ ਫੇਥ ਵਿੱਚ ਵੀ ਇਸ ਚੌਥੇ ਜਿਹੜੀ ਪ੍ਰੋਵੀਜ਼ਨ ਹੈ
ਅੱਜ ਤੱਕ, ਕਿਉਂਕਿ ਗੁਰੂ ਸਾਹਿਬ ਨੂੰ ਤੇ ਕਿਹਾ 5 ਸੈਂਚਰੀਆਂ ਹੋ ਗਈਆਂ, ਠੀਕ ਹੈ ਜੀ, ਵੀ ਜੀ ਆਇਆ ਜੀ ਕਿਸੇ ਹੋਰ ਫੇਥ ਵਿੱਚ ਵੀ ਇਹ ਸਾਨੂੰ ਮਿਲਦੀ ਹੈ? ਕਿਸੇ ਨੇ ਆਦ ਸੱਚ ਦੀ ਗੱਲ ਕੀਤੀ? ਜੀ 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 ਇਹ ਬਹੁਤ ਇੰਟਰਸਟਿੰਗ ਚੀਜ਼ ਹੈ ਜੀ। ਹੁਣ ਅਸੀਂ ਜੁਗਾਦ ਦੇ ਮੇਰੀ ਸਮਝ ਮੁਤਾਬਕ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ, ਕਿਉਂਕਿ ਜੁਗਾਦ ਦੇ ਵਿੱਚ ਮੈਂ ਦੋ ਹਿੱਸੇ ਸਮਝਦਾ ਜੀ। ਜੁਗਾਦ ਦੇ ਵਿੱਚ ਆਦ ਦਾ ਵੀ ਹਿੱਸਾ ਹੈ ਔਰ ਪਾਸਟ ਦਾ ਵੀ ਹਿੱਸਾ ਹੈ। ਸੋ ਜਿਹੜਾ ਆਦ ਹੈ ਟੈਕਨੀਕਲੀ ਉਹ ਆਦ ਜੁਗਾਦ ਭਗਤਨ ਕਾ ਰਾਖਾ ਜਦੋਂ ਅਸੀਂ ਕਹਿੰਦੇ ਹਾਂ ਤਾਂ ਆਦ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਐਜ਼ ਏ ਜਿਹੜੀ ਮੈਮਰੀ ਹੈ ਸਾਡੀ, ਜਿਹੜੀ ਸਾਡੀ ਯਾਦ ਹੈ, ਰਾਈਟ, ਜਿਹੜਾ ਸਾਡਾ ਚਿੱਤ ਹੈ, ਉਹ ਆਦ ਦੀ ਹੀ ਪ੍ਰੈਜ਼ੈਂਸ ਹੈ ਸਾਡੀ ਮੈਮਰੀ ਜਿੱਥੇ ਜਾ ਕੇ ਬਹਿੰਦੀ ਹੈ। ਜਿਹੜੀ ਥਾਟ ਹੈ ਜੀ, ਅਗਰ ਅਸੀਂ ਉਹਨੂੰ ਪੰਜਾਬੀ ਸਮਝੀਏ ਤੇ ਥਾਂ ਓਟ, ਉਹ ਥਾਂ ਜਿੱਥੇ ਉਹਦੀ ਓਟ ਹੈਗੀ ਹੈ ਜੀ, ਉਹ ਥਾਟ ਹੈ ਜੀ। ਔਰ ਸਾਡੀ ਜਿਹੜੀ ਪਾਸਟ ਦੀ ਥਾਟ ਹੈ ਉਹ ਸਾਰੀ ਉਸ ਥਾਂ ਦੀ ਓਟ 'ਚ ਹੈਗੀ ਹੈ ਜੀ, ਜਿਹਦੇ ਵਿੱਚ ਇਹ ਸਾਡੀ ਜਿਹੜੀਆਂ ਥਾਟਸ ਹੈ ਆ ਕੇ ਉੱਠਦੀਆਂ, ਬੈਠਦੀਆਂ, ਪ੍ਰੋਗਰੈਸ਼ਨ ਹੁੰਦੀ ਉਹਨਾਂ ਦੀ ਔਰ ਅੱਗੇ ਵੱਧਦੀਆਂ। ਦੂਸਰਾ, ਇਹਦਾ ਕੰਟੈਕਸਟ ਕਿੰਨਾ ਪੁਰਾਣਾ ਜੀ, ਜਿੰਨੀ ਪੁਰਾਣੀ ਹਿਊਮੈਨਿਟੀ ਹੈ। ਸੋ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ, ਇਹ ਤਾਂ ਬਹੁਤ ਗੁਰੂ ਨਾਨਕ ਉੱਠੇ ਨੇ ਸਾਡੇ ਤੇ, ਕਲਯੁਗੀ ਜੀਵਾਂ ਤੇ, ਜਿਹੜੇ ਵੀ ਚਾਹਵਾਨ ਨੇ, ਚਾਹ ਵੀ ਉਹ ਆਪ ਹੀ ਪਾਉਂਦੇ ਨੇ, ਲੇਕਿਨ ਪਿਛਲੇ 6000 ਸਾਲ ਦੀ ਅਗਰ ਅਸੀਂ ਹਿਸਟੋਰਿਕ ਦੇਖੀਏ ਜੀ, ਜਿਹਦੇ ਵਿੱਚ ਹਿਊਮਨ ਸਿਵਲਾਈਜੇਸ਼ਨ ਆਪਾਂ ਮੰਨ ਸਕਦੇ ਹਾਂ, ਤਾਂ 6000 ਸਾਲ ਤੋਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਜਿਹੜੀਆਂ ਜਦੋਂ ਵੀ ਗਿਆਨ ਆਇਆ, ਚਾਹੇ ਉਹਦੇ ਵਿੱਚ 4 ਹਿੱਸੇ ਹੀ ਆਏ ਨੇ ਜੀ। ਜਿਸ ਨੂੰ ਵੀ ਗਿਆਨ ਆਇਆ ਉਹ 4 ਹਿੱਸੇ ਹੀ ਆਏ ਨੇ ਜੀ। ਤੋਂ ਅਗਰ ਅਸੀਂ ਸਭ ਤੋਂ ਪੁਰਾਣਾ ਰਿਲੀਜਨ ਅਗਰ ਜਿਹੜਾ ਮੰਨਿਆ ਜਾਂਦਾ ਜ਼ੋਰੈਸਟਰੀਅਨ, ਉਹ 4 ਹਿੱਸੇ ਮੰਨਦੇ ਨੇ ਜੀ। ਬੁੱਧਿਸਟ ਜਿਹੜੇ ਨੇ ਉਹ ਵੀ 4 ਹਿੱਸੇ ਮੰਨਦੇ ਨੇ ਜੀ। ਜਿਹੜੇ ਹਿੰਦੂ ਵੇਦ ਪੁਰਾਣ ਨੇ ਜੀ, ਉਹਨਾਂ 'ਚ ਵੀ 4 ਹਿੱਸੇ ਨੇ ਜੀ। ਪਰ ਹੁੰਦਾ ਕੀ ਹੈ, ਜਿਉਂ-ਜਿਉਂ ਨਾਮ ਤੋਂ ਅਸੀਂ ਪਿੱਛੇ ਹਟੀ ਜਾਂਦੇ ਹਾਂ ਜੀ, ਗੁਰੂ ਦੀ ਓਟ ਆਸਰੇ ਤੋਂ ਪਿੱਛੇ ਹਟ ਜਾਂਦੇ ਹਾਂ ਜੀ, ਅਸੀਂ ਤ੍ਰੈਗੁਣੀ ਮਾਇਆ 'ਚ ਹੀ ਵਿਚਰਦੇ ਰਹਿੰਦੇ ਹਾਂ। ਸਾਡੀ ਸਵਾਲ, ਸਾਡੀ ਕੁਐਰੀ, ਸਾਡਾ ਚਾਓ, ਰੁਚੀ, ਮਨ, ਤਨ ਔਰ ਧਨ, ਤਿੰਨੋਂ ਚੀਜ਼ਾਂ ਜੀ ਟ੍ਰਾਈਮੋਡਲ ਰਿਐਲਿਟੀ ਦੇ ਵਿੱਚ ਹੀ ਫਸੀਆਂ ਰਹਿ ਜਾਂਦੀਆਂ। ਸੋ ਟੂ ਆਨਸਰ ਯੂਰ ਕੁਐਸਚਨ ਸਟ੍ਰੇਟ, ਯੈਸ, ਜਿਹੜੇ ਵੀ ਜਿਵੇਂ ਹੁਣ ਬੁੱਧ ਨੇ ਜੀ, ਉਹਨਾਂ ਨੇ ਵੀ ਪ੍ਰਾਈਮੋਡਲ ਦੀ ਗੱਲ ਕੀਤੀ ਹੋਈ ਹੈ ਜੀ ਬਹੁਤ ਜ਼ਿਆਦਾ। ਇਹ ਤਾਂ ਹੋ ਗਿਆ ਜੀ ਧਾਰਮਿਕ ਪੱਖ। ਹੁਣ ਅਗਰ ਅਸੀਂ ਇਹਨੂੰ ਅਕਾਦਮਿਕ ਪੱਖ ਦੇਖੀਏ ਜੀ, ਲਿਟਰੇਚਰ ਦੇ ਵਿੱਚ ਗ੍ਰੀਕਸ ਦੇ ਕੋਲ ਇਹ ਨੌਲੇਜ ਵੀ ਮੰਨੀ ਜਾਂਦੀ ਹੈ ਜੀ। ਜਦੋਂ ਪਲੂਟੋ ਜਾਂਦੇ ਨੇ ਆਪਣੀ ਗੁਫਾ ਦੇ, ਉਹਨਾਂ ਦੀ ਇੱਕ ਕੇਵ ਐਲੀਗੋਰੀ ਹੈ ਜੀ, ਉਹਦੇ ਵਿੱਚ ਵੀ ਉਹ ਚੌਥੇ ਪਦ ਦਾ ਰੈਫਰੈਂਸ ਦਿੰਦੇ ਨੇ, ਤਾਂ ਹੀ ਉਹ ਸਮਝ ਆ ਸਕਦਾ ਜੀ। ਉੱਥੋਂ ਚੱਲ ਕੇ ਹੁਣ ਜੇ ਅਸੀਂ 20ਵੀਂ ਸਦੀ 21ਵੀਂ ਸਦੀ 'ਚ ਆ ਜਾਈਏ ਜੀ, ਤਾਂ ਜਰਮਨ ਫਿਲਾਸਫਰਸ ਨੇ ਜੀ, ਜਿਨ੍ਹਾਂ ਨੇ ਇਸ ਕਨਸੈਪਟ ਨੂੰ ਦੁਬਾਰਾ ਰੀਇੰਟਰੋਡਿਊਸ ਕੀਤਾ ਸਾਇੰਸ ਦੇ ਵਿੱਚ। ਔਰ ਮੈਂ ਸਮਝ ਸਕਦਾ ਹਾਂ ਕਿ ਜਿਹੜੀ ਟੈਕਨੋਲੋਜੀ ਦੀ ਤਰੱਕੀ ਅੱਜ ਅਸੀਂ ਦੇਖ ਰਹੇ ਹਾਂ ਜੀ, ਜਿਉਂ-ਜਿਉਂ ਸਾਇੰਸ ਨੂੰ ਚੌਥੇ ਪਦ ਦੀ ਸਮਝ ਆ ਰਹੀ ਹੈ, ਨਿਮਖ ਦੀ ਸਮਝ ਆ ਰਹੀ ਹੈ, ਰੀਅਲ ਟਾਈਮ ਦੇ ਵਿੱਚ ਟਾਈਮ ਨੂੰ ਸਪਲਿਟ ਕਰਨ ਦੀ ਸਮਝ ਆ ਰਹੀ ਹੈ। ਕ੍ਰਿਸਚੀਅਨ, ਮੈਂ ਥੋੜਾ ਜਿਹਾ ਡੈਵੀਏਟ ਕਰ ਰਿਹਾ, ਕ੍ਰਿਸਚੀਅਨ ਜਿਹੜੇ ਹੈਗੇ ਨੇ ਔਗਸਟੀਨ ਸੇਂਟ ਹੋਏ ਨੇ ਜੀ, ਉਹਨਾਂ ਨੇ ਵੀ ਬੜਾ ਹੀ ਬਖੂਬੀ ਇਸ ਚੌਥੇ ਪਦ ਨੂੰ ਵਿਖਿਆਨ ਕੀਤਾ ਹੋਇਆ ਜੀ। ਲੇਕਿਨ ਇਸ ਸਾਰੀਆਂ ਚੀਜ਼ਾਂ ਦੇ ਬਾਵਜੂਦ ਉਹ ਚੌਥਾ ਪਦ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਆਦਿ ਰੂਪ ਵਿੱਚ ਦੱਸਿਆ ਸਾਨੂੰ, ਉਹਦੀ ਮੈਨੂੰ ਨਹੀਂ ਕਿਤੇ ਮਿਲੀ ਜੀ। ਮੇਰੀ ਭੁੱਲ ਵੀ ਹੋ ਸਕਦੀ ਹੈ, ਮੇਰੀ ਚਾਉ ਦੀ ਘਾਟ ਹੋ ਸਕਦੀ ਹੈ। ਗੁਰੂ ਬਖਸ਼ਿਸ਼ ਕਰਨ, ਆਪੇ ਸੰਗਤ ਰੂਪ ਵਿੱਚ ਸਾਰੇ ਜਾਣੇ ਕੁਛ ਨਾ ਕੁਛ ਇਹਦੇ 'ਚ ਕੰਟਰੀਬਿਊਟ ਕਰਨਗੇ ਤੇ ਪਤਾ ਲੱਗੇਗਾ। ਬਟ ਮੈਨੂੰ ਨਹੀਂ ਜਾਪਦਾ ਕਿ ਆਦ ਦੀ ਡਿਸਟਿੰਕਟ ਜਿਹੜੀ ਡਿਸਟਿੰਕਟ ਪੋਜੀਸ਼ਨਿੰਗ ਕਹਿ ਸਕਦੇ ਹੋ ਜਾਂ ਕਨਸੈਪਟ ਕਹਿ ਸਕਦੇ ਹੋ, ਜਾਂ ਉਹਨੂੰ ਥੋੜਾ ਜਿਹਾ ਮੈਨੂੰ ਇਹਦਾ ਨਹੀਂ ਪੰਜਾਬੀ 'ਚ ਅੱਖਰ ਆ ਰਿਹਾ, ਇਹਦੀ ਡਿਸਟਿੰਕਟ ਜਿਹੜੀ ਹੋਂਦ ਹੈ ਆਦ ਰੂਪ ਦੀ, ਉਹ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਹਿਊਮੈਨਿਟੀ ਨੂੰ, ਲੁਕਾਈ ਨੂੰ ਬਖਸ਼ਿਸ਼ ਕੀਤੀ ਹੈ ਜੀ। ਔਰ ਅਸੀਂ ਵਡਭਾਗੀ ਹਾਂ ਕਿ ਗੁਰੂ ਨਾਨਕ ਨੇ ਸਾਡੇ ਤੇ ਤਰੁੱਠ ਕੇ ਉਸ ਚੀਜ਼ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਨੈਕਸਟ ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਚਰਨਜੀਤ ਸਿੰਘ ਜੀ ਬੜੇ ਅੱਛੇ ਢੰਗ ਦੇ ਨਾਲ ਐਕਸਪਲੇਨ ਕਰ ਰਹੇ ਨੇ। ਮੈਂ ਇਹ ਜੋ ਰਾਜਾ ਸਿੰਘ ਵੀਰ ਜੀ ਨੇ ਸਵਾਲ ਪੁੱਛਿਆ ਹੈ,
ਔਰ ਜੋ ਜਵਾਬ ਵੀਰ ਚਰਨਜੀਤ ਸਿੰਘ ਜੀ ਨੇ ਦਿੱਤਾ ਹੈ, ਇਹਦੇ ਵਿੱਚੋਂ ਮੈਂ ਸਵਾਲ ਜਿਹੜਾ ਆਪਣਾ ਪੁੱਛਣਾ ਹੈ ਕਿ ਆਦ ਦੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਆਦ ਦੀ ਜਵਾਬ ਦਿੰਦੇ ਹਾਂ ਤੁਸੀਂ ਇਹ ਗੱਲ ਕਿਹਾ ਕਿ ਇਟ ਇਜ਼ ਐਜ਼ ਓਲਡ ਐਜ਼ ਹਿਊਮੈਨਿਟੀ। ਪਰ ਜਿੱਥੇ ਤੱਕ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਹੈ, ਆਦ ਤਾਂ ਅਕਾਲ ਪੁਰਖ ਆਪ ਹੀ ਹੈ। ਜਦੋਂ ਹਿਊਮੈਨਿਟੀ ਨਹੀਂ ਵੀ ਸੀ ਉਦੋਂ ਵੀ ਅਕਾਲ ਪੁਰਖ ਸੀਗਾ, ਔਰ ਅਕਾਲ ਪੁਰਖ ਜਿਹੜਾ ਹੈ ਉਹ ਕਈ ਯੁੱਗ ਜਿਹੜਾ ਹੈ ਆਪਣੇ ਆਪ ਦੇ ਵਿੱਚ ਰਿਹਾ ਹੈ। ਔਰ ਫਿਰ ਜਦੋਂ ਉਹਦੇ ਅੰਦਰ ਵਿਚਾਰ ਆਇਆ ਕਿ ਆਪੀ ਨੇ ਆਪ ਸਾਜੋ ਫਰਮ ਦਿਸ, ਬਿਲਕੁਲ ਜਿਸ ਵੇਲੇ ਸ਼ੂਨਯ ਸੀਗਾ, ਜ਼ੀਰੋ ਸੀਗਾ, ਨਥਿੰਗ ਸੀਗਾ, ਉਸ ਵੇਲੇ ਸੈਂਸ ਆਫ ਇੰਡੀਵਿਜੂਅਲਾਈਜੇਸ਼ਨ ਕਿ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਜਿਹੜੀ ਉਹਨਾਂ ਦੇ ਅੰਦਰ ਵਿਚਾਰ ਆਈ। ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਤੋ ਗੁਰਮਤਿ ਇਸ ਗੱਲ ਨੂੰ ਕਹਿੰਦੀ ਹੈ ਕਿ ਜਿਸ ਵੇਲੇ ਹਿਊਮੈਨਿਟੀ ਨਹੀਂ ਵੀ ਸੀਗੀ, ਕੁਝ ਵੀ ਨਹੀਂ ਸੀਗਾ, ਨਥਿੰਗ ਵੀ ਸੀਗਾ, ਨਾ ਚੰਦ ਨਾ ਸੂਰਜ ਨਾ ਤਾਰੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਇਆ। ਤੋ ਜਿਹੜਾ ਗੁਰਮਤਿ ਦਾ ਆਦ ਹੈਗਾ ਉਹ ਤੇ ਅਕਾਲ ਪੁਰਖ ਖੁਦ ਹੀ ਹੈ। ਤੋ ਹਾਊ ਇਟ ਇਜ਼ ਰਿਲੇਟਿੰਗ ਟੂ ਦੀ ਅਦਰ ਜਿਹੜੇ ਗ੍ਰੀਕਸ ਨੇ ਜਾਂ ਜਰਮਨੀ ਨੇ ਜਾਂ ਬੁੱਧੀ ਨੇ ਜਾਂ ਹਿੰਦੂਇਜ਼ਮ ਔਰ ਇਸਲਾਮ ਜਿਹੜੇ ਤੁਸੀਂ ਕੋਟ ਕੀਤੇ ਨੇ, ਹਾਊ ਆਵਰ ਆਦ ਰਿਲੇਟਸ ਟੂ देयर ਆਦ? This is my question. ਬਹੁਤ ਟਫ ਕੁਐਸਚਨ ਹੈ ਜੀ, ਬਟ ਆਈ ਲਾਈਕ ਇਟ। ਕੀ ਹੁੰਦਾ ਜੀ ਕਿ ਜਦੋਂ ਅਸੀਂ ਸੰਗਤ ਰੂਪ ਵਿੱਚ ਇੱਕ ਮਿੰਟ ਸੌਰੀ, ਇਹ ਗੁਰੂ ਜਿਹੜਾ ਰਾਮਕਲੀ ਗੋਸ਼ਟ ਹੈ ਜਿਹੜੀ ਉਹਦੇ ਵਿੱਚ ਮਹੱਲਾ ਪਹਿਲਾ 940 ਤੋਂ ਕੁਝ ਪਹਿਲੇ ਅੰਕ ਜਿਹੜਾ ਹੈ, ਆਦ ਕੋ ਕੌਣ ਵਿਚਾਰ ਕਤੀਏ ਲੈ ਸੁਨ ਕਹਾਂ ਕਰਵਾਸੋ, ਉਸ ਦੇ ਜਿਹੜਾ ਜਵਾਬ ਦੇ ਵਿੱਚ ਜਿਹੜਾ 940 ਅੰਕ ਦੇ ਉੱਤੇ ਵਿਚਾਰ ਦਿੱਤੀ ਹੈ, ਆਦ ਕੋ ਬਿਸਮਾਦ ਵਿਚਾਰ ਕਤੀਰੇ ਸੁਨ ਨਿਰੰਤਰ ਵਾਸ ਲਿਆ, ਅਕਲ ਪਤ ਮੁਦਰਾ ਗੁਰ ਗਿਆਨ ਵਿਚਾਰੇ ਲੈ ਘਟ ਘਟ ਸਾਚਾ ਸਰਬ ਜੀਆ, ਗੁਰ ਬਚਨੀ ਅਵਿਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ, ਨਾਨਕ ਦੂਜੀ ਕਾਰ ਨ ਕਰਨੀ ਸੇਵੇ ਸਿੱਖ ਜੋ ਖੋਜ ਲਹੈ, ਹੁਕਮ ਬਿਸਮਾਦ ਹੁਕਮ ਪਛਾਨੇ ਜੀ ਜੋ ਸੱਚ ਜਾਣੈ ਸੋਈ, ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗ ਕਹੀਏ ਸੋਈ। ਇਹ ਸ਼ਬਦ ਦੀ ਵੀ ਵਿਚਾਰ ਵੀ ਚਰਨਜੀਤ ਸਿੰਘ ਜੀ ਆਪ ਕਰ ਲੈਣਾ, ਕਾਫੀ ਸ਼ਾਇਦ ਜਿਹੜੀ ਤੁਸੀਂ ਅਟੈਂਪਟ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਕਾਫੀ ਸਹਾਇਤਾ ਮਿਲੇਗੀ। ਪਰ ਮੇਰਾ ਕੁਐਸਚਨ ਜਿਹੜਾ ਹੈ ਉਹ ਸਟਿਲ ਰਿਮੇਨਸ ਕਿ ਗੁਰਮਤਿ ਦਾ ਆਦ ਅਕਾਲ ਪੁਰਖ ਹੈ। ਹਾਂਜੀ, ਉਸ ਤੋਂ ਪਹਿਲਾਂ ਕੁਝ ਨਹੀਂ ਸੀਗਾ। ਸਭ ਤੋਂ ਪਹਿਲਾਂ ਜਿਹੜੀ ਮੁੱਢਲੀ ਚੀਜ਼ ਹੈ ਅਸੀਂ ਅਕਾਲ ਪੁਰਖ ਨੂੰ ਮੰਨਿਆ। ਉਸ ਤੋਂ ਬਾਅਦ ਫਿਰ ਜਿਹੜੇ ਦੂਜਿਆਂ ਦੇ ਯੁੱਗ ਨੇ ਜੋ ਕੁਝ ਰਹਿਣੇ ਉਹ ਸਿਰਫ ਅਸੀਂ ਕੈਲਕੂਲੇਸ਼ਨ ਦੇ ਹਿਸਾਬ ਨਾਲ ਜਾਂ ਦੇਖਦੇ ਹਾਂ। ਸਾਡਾ ਜਿਹੜਾ ਗੁਰਮਤਿ ਦਾ ਜਿਹੜਾ ਅਕਾਲ ਪੁਰਖ ਤੋਂ ਬਾਅਦ ਜੋ ਉਹਨਾਂ ਨੇ ਸੰਸਾਰ ਨੂੰ ਪੈਦਾ ਕੀਤਾ ਹੈ, ਸਾਡੇ ਸੰਸਾਰ ਨਾਲ ਰਿਲੇਸ਼ਨਸ਼ਿਪ ਹੈ। ਫਿਰ ਜਿਹੜੇ ਸਿੱਖ ਗੁਰੂਆਂ ਨੇ ਕੀ ਕੀਤਾ, ਸਿੱਖ ਗੁਰੂਆਂ ਦੇ ਨਾਲ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ, ਗੁਰਬਾਣੀ ਲਿਖੀ ਹੈ, ਸਿੱਖ ਇਤਿਹਾਸ ਰਚਿਆ ਹੈ, ਉਦੋਂ ਤੋਂ ਲਾ ਕੇ ਹੁਣ ਪ੍ਰੈਜ਼ੈਂਟ ਤੱਕ ਸਾਡਾ ਸਿੱਖੀਜ਼ਮ ਦਾ ਕਨਸੈਪਟ ਜਿਹੜਾ ਉਹਦੇ ਨਾਲ ਰਿਲੇਟ ਕਰਦਾ ਹੈ। ਜੀ ਬਿਲਕੁਲ ਠੀਕ ਹੈ, ਤੁਸੀਂ ਬਿਲਕੁਲ ਠੀਕ ਕਿਹਾ ਜੀ। ਬਾਕੀ ਜਿਹੜੀ ਵੀ ਚੀਜ਼ ਇੰਜ ਹੁੰਦਾ ਜੀ ਕਿ ਪਹਿਲੇ ਮੈਂ ਜਾਵਾਂਗਾ ਜੀ ਟਾਈਮ ਸਪੈਨ ਦੇ ਵਿੱਚ ਕਿ ਅਗਰ ਮੈਂ ਤੁਹਾਨੂੰ ਇਹ ਪਹਿਲੀ ਗੱਲ ਤਾਂ ਇਹ ਜੀ ਕਿ ਤੁਸੀਂ ਜਦੋਂ ਪਹਿਲਾਂ ਵੀ ਆਪਣੀ ਇੱਕ ਵਾਰੀ ਗੱਲ ਹੋਈ ਸੀ ਤੇ ਤੁਸੀਂ ਅਰਬਦ ਨਰਬਦ ਦਾ ਜ਼ਿਕਰ ਕੀਤਾ ਸੀ ਜੀ, ਉਹ ਬੜਾ ਹੀ ਪਾਵਰਫੁਲ ਕਨਸੈਪਟ ਹੈ ਜੀ। ਉਹ ਕਨਸੈਪਟ ਜਿਹੜਾ ਹੈਗਾ ਉਹ ਹਰ ਇੱਕ ਧਰਮ, ਹਰ ਇੱਕ ਪੜ੍ਹਾਈ, ਹਰ ਤਰ੍ਹਾਂ ਦੀ ਪੜ੍ਹਾਈ ਔਰ ਹਰ ਤਰ੍ਹਾਂ ਦੇ ਜਿੰਨੀ ਵੀ ਹਿਊਮਨ ਨੌਲੇਜ ਹੈ ਜੀ ਉਹਦੇ ਵਿੱਚ ਉਹ ਕਨਸੈਪਟ ਵੈਲਿਡ ਹੈ ਜੀ, ਔਰ ਸਮੇਂ ਤੋਂ ਹੀ ਵੈਲਿਡ ਹੈ। ਹੁਣ ਸਮੇਂ ਤੋਂ ਪਹਿਲਾਂ ਜਿਹੜਾ ਆਦ ਦਾ ਕਨਸੈਪਟ ਆਪਾਂ ਲੈਂਦੇ ਹਾਂ, ਉਹ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਬਾਰੇ ਹੀ ਜਿਹੜਾ ਸਾਨੂੰ ਨਾਮ ਬਾਣੀ ਰਾਹੀਂ ਉਸ ਚੀਜ਼ ਦੀ ਵਿਆਖਿਆ ਇਸ ਤਰ੍ਹਾਂ ਦੀ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਕੋਈ ਵੀ ਐਸੀ ਲੈਂਗੁਏਜ ਕਿਸੇ ਵੀ ਤਹਿਜ਼ੀਬ ਵਿੱਚ ਨਹੀਂ ਉਤਪੰਨ ਹੋਈ ਜਾਂ ਬਣ ਸਕੀ ਜਿਹਦੇ ਨਾਲ ਉਸ ਆਦ ਦੇ ਨਾਲ ਕਨੈਕਸ਼ਨ ਹੋ ਸਕਦਾ ਹੈ। ਪਹਿਲੀ ਚੀਜ਼ ਤਾਂ ਆਪਾਂ ਇਹ ਮੈਂ ਸਮਝਦਾ ਬੜੀ ਇੰਪੋਰਟੈਂਟ ਹੈ ਸਾਡੇ ਸਾਰਿਆਂ ਲਈ। ਇੱਕ ਵਿਲੱਖਣਤਾ ਜਿਹੜੀ ਹੈ ਸਾਡੇ ਕੋਲ ਉਹ ਗੁਰਬਾਣੀ ਹੈ, ਨਾਮ ਬਾਣੀ ਹੈ, ਔਰ ਉਹਨਾਂ ਨੇ ਬਾਣੀ ਰਾਹੀਂ ਸਾਨੂੰ ਉਸ ਆਦ ਦੇ ਨਾਲ ਜੋੜਨ ਦੀਆਂ ਵਿਧੀਆਂ ਵੀ ਦੱਸੀਆਂ ਤੇ ਜੋੜਿਆ ਵੀ ਹੈ, ਜੁੜ ਸਕਦਾ ਹੈ। ਇੱਕ ਪੋਸੀਬਿਲਿਟੀ ਜਿਹੜਾ ਕਿ ਬਾਕੀ ਰਾਹਾਂ ਦੇ ਲੋਕਾਂ ਦੇ ਕੋਲ ਜਦੋਂ ਇਹ ਨੌਲੇਜ ਆਈ ਤਾਂ ਉਹਨਾਂ ਨੇ ਉਸ ਨੂੰ, ਸ਼ਾਇਦ ਅਸੀਂ ਵੀ ਉਸੇ ਡਾਇਲੂਸ਼ਨ ਦਾ ਹਿੱਸਾ ਬਣ ਰਹੇ ਹਾਂ ਕਿਉਂਕਿ ਅਸੀਂ ਵੀ ਆਦ ਤੋਂ ਹਟ ਕੇ ਜਿਹੜੀ ਟ੍ਰਾਈਮੋਡਲ ਤ੍ਰੈਗੁਣੀ ਮਾਇਆ ਦੇ ਵਿੱਚ
ਕਾਰੇ ਕਰਨ ਵੱਲ ਮਸਰੂਫੀਅਤ ਸਾਡੀ ਵੱਧ ਰਹੀ ਹੈ, ਔਰ ਅਸੀਂ ਪ੍ਰੋਵੋਕੇਟਿਵ ਕੁਐਸਚਨਸ ਜਿਹੜੇ ਸਾਨੂੰ ਪੁੱਛਣੇ ਚਾਹੀਦੇ ਨੇ, ਅਸੀਂ ਉਹਨਾਂ ਚੋਂ ਆਪਣੇ ਕਲਾਸਰੂਮ ਸੈਟਿੰਗ ਦੇ ਵਿੱਚ ਨਹੀਂ ਉਹ ਵਾਲੇ ਕੁਐਸਚਨ ਰੇਜ਼ ਕਰ ਰਹੇ। ਸੋ ਕਮਿੰਗ ਬੈਕ ਟੂ ਯੋਰ ਪੁਆਇੰਟ ਜੀ, ਕਿ ਗੁਰੂ ਨਾਨਕ ਸਾਹਿਬ ਦਾ ਆਦ ਸਾਰਿਆਂ ਦਾ ਹੀ ਸਾਂਝਾ ਆਦ ਹੈ, ਲੇਕਿਨ ਗੁਰੂ ਨਾਨਕ ਸਾਹਿਬ ਨੇ ਉਹਦੇ ਵਿੱਚ ਡਿਸਟਿੰਕਟ ਕੀ ਕੀਤਾ ਹੈ ਕਿ ਉਹਨਾਂ ਨੇ ਬਾਣੀ ਜਿਹੜੀ ਆਈ ਆਦ ਵੱਲੋਂ ਉਹਨਾਂ ਦੇ ਕੋਲ, ਉਸ ਨੂੰ ਰਚ ਕੇ ਸਾਨੂੰ ਉਹਦਾ ਇੱਕ ਪਾਥਵੇ, ਇੱਕ ਬ੍ਰਿਜ, ਇੱਕ ਕਨੈਕਸ਼ਨ ਬਣਾਤਾ ਆਦ ਔਰ ਜੁਗਾਦ, ਹੈਪੀ ਔਰ ਹੋਸੀ ਦੇ ਨਾਲ। ਸੋ all these are interconnected through the ਨਾਮ ਬਾਣੀ। ਸੋ ਉਹ ਚੀਜ਼ ਮੇਰੀ ਸਮਝ ਮੁਤਾਬਕ ਕਿਸੇ ਵੀ ਉਹਦੇ ਵਿੱਚ ਨਹੀਂ ਆਈ। ਉਹਦੀਆਂ ਅੱਗੋਂ ਦੋ ਚੀਜ਼ਾਂ ਜੀ, ਤ੍ਰੈਗੁਣੀ ਮਾਇਆ 'ਚ ਐਕਸਪੈਂਸ਼ਨ ਹੋਣੀ ਹੈ, ਆਦ ਦੇ ਵਿੱਚ ਕੁਝ ਨਹੀਂ। ਸਹੁਰੇ ਘਰ ਸਾਰਾ ਕੁਝ ਸਾਂਝਾ ਜੀ, ਪੇਵਕੜੇ ਘਰ ਪਹਿਲਾ ਹੈਗਾ ਜੀ। ਸੋ ਉਹ ਜਿਹੜੀ ਡਿਵੀਜ਼ਨ ਹੈ ਸਾਨੂੰ ਮਹਿਸੂਸ ਹੁੰਦੀ, ਉਹ ਸਿਰਫ ਟ੍ਰਾਈਮੋਡਲ ਕਰਕੇ ਜਿਹੜਾ ਭਰਮ ਪਾਉਂਦਾ, ਆਪ ਮਹਾਰਾਜ ਪਾਉਂਦੇ ਨੇ, ਫਿਰ ਉਹਦੇ ਚੋਂ ਕੱਢਦੇ ਨੇ, ਉਹ ਭਰਮ ਕਰਕੇ ਡਿਸਟਿੰਕਸ਼ਨ ਹੁੰਦੀ ਹੈ, ਔਰ ਉਹ ਸਾਰੇ ਮਜ਼ਹਬਾਂ ਦੇ ਵਿੱਚ ਹੈਗੀ ਹੈ। ਔਰ ਐਕਸਪੈਂਸ਼ਨ ਕਿਵੇਂ ਮੈਂ ਦੱਸਾਂ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੀ ਰਚਨਾ ਹੋ ਰਹੀ ਸੀ ਇੱਧਰ ਇੰਡੀਅਨ ਸਾਈਡ ਵੱਲ, ਉਸ ਵਕਤ ਯੂਰਪ ਦੇ ਵਿੱਚ ਅੰਗਰੇਜ਼ੀ ਜ਼ੁਬਾਨ ਦੇ ਵਿੱਚ, ਲੈਟਿਨ ਦੇ ਵਿੱਚ ਜਿਹੜੀ ਬਾਈਬਲ ਸੀ ਉਹ ਟਰਾਂਸਲੇਟ ਹੋ ਰਹੀ ਸੀ, ਜਰਮਨ ਦੇ ਵਿੱਚ ਉਹ ਟਰਾਂਸਲੇਟ ਹੋ ਰਹੀ ਸੀ। ਸੋ ਜਿਹੜੀ ਆਮ ਲੋਕਾਂ ਦੀ ਜ਼ੁਬਾਨ ਹੈ ਉਹਦੇ ਵਿੱਚ ਗਿਆਨ ਦੀ ਐਕਸਪੈਂਸ਼ਨ ਹੋ ਰਹੀ ਸੀ, ਗਿਆਨ ਦਿੱਤਾ ਜਾ ਰਿਹਾ ਸੀ, ਗਿਆਨ ਆ ਰਿਹਾ ਸੀ। ਪਰ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਆਦ ਦੇ ਰੂਪ ਵਿੱਚ ਸਿੱਧਾ ਡਾਇਰੈਕਟ ਜਾ ਕੇ, ਜਿਵੇਂ ਕਹੀਦਾ ਕਿ ਹੌਟਲਾਈਨ ਕ੍ਰੀਏਟ ਕੀਤੀ, ਕਿਉਂਕਿ ਜਿਹੜਾ ਗਿਆਨ ਬਾਕੀਆਂ ਤਹਿਜ਼ੀਬਾਂ ਦੇ ਵਿੱਚ ਆਇਆ ਉਹ ਟ੍ਰਾਈਮੋਡਲ ਦੇ ਵਿੱਚ ਇੰਪਰੋਵਾਈਜ਼ ਹੋ ਕੇ ਆਇਆ, ਜਿਹਨੂੰ ਮੈਂ ਆਦ ਦੀ ਹੀ ਪ੍ਰੈਜ਼ੈਂਸ ਮੰਨਦਾ। ਆਦ ਔਰ ਜੁਗਾਦ ਦੇ ਨਾਲ ਲੈਟਿਨ ਭਾਸ਼ਾ ਸੀ, ਉਹਦੇ ਵਿੱਚੋਂ ਇੰਗਲਿਸ਼ ਭਾਸ਼ਾ ਨਿਕਲੀ, ਔਰ ਉਹਨੇ ਅੱਜ ਦੀ ਡੇਟ 'ਚ ਇੰਗਲਿਸ਼ ਭਾਸ਼ਾ ਦੇ ਵਿੱਚ ਐਸੀਆਂ ਚੀਜ਼ਾਂ ਜਿਹੜੀਆਂ ਉਹਨੂੰ ਐਕਸਪੈਂਡ ਹੋਣ 'ਚ ਮਦਦ ਕਰਦੀਆਂ ਪਈਆਂ, ਰਾਈਟ। ਔਰ ਉਹਦੇ 'ਚ ਗਿਆਨ ਬਰਾਬਰ ਹੈਗਾ, 101% ਉਹੀ ਵਾਲਾ ਗਿਆਨ ਮਿਲਦਾ ਜਿਹੜਾ ਕਿ ਅਸੀਂ ਗੁਰਬਾਣੀ 'ਚੋਂ ਵੀ ਪੁਸ਼ਟੀ ਕਰ ਸਕਦੇ ਹਾਂ। ਲੇਕਿਨ ਫਰਕ ਕਿੱਥੇ ਆ ਜਾਂਦਾ ਕਿ ਮਹਾਰਾਜ ਨੇ ਆਦ ਦੇ ਨਾਲ ਸਾਨੂੰ ਜਿੱਥੇ ਜੋੜਿਆ ਹੋਇਆ, ਔਰ ਅਸੀਂ ਸਾਰੇ ਵਡਭਾਗੀਆਂ ਕਿ ਗੁਰਬਾਣੀ ਦਾ ਅਸੀਂ ਪਿਓਰੈਸਟ ਫਾਰਮ ਜਿਹੜੀ ਕਿਸੇ ਵੀ ਹਿਊਮਨ ਕਾਈਂਡ ਦੇ ਕੋਲ ਹੈਗੀ ਆ, ਉਹ ਸਾਡੇ ਕੋਲ ਮਹਾਰਾਜ ਨੇ ਸਾਡੀ ਝੋਲੀ 'ਚ ਪਾਈ ਹੋਈ ਆ। ਔਰ ਜਿੰਨਾ ਅਸੀਂ ਗੁਰਬਾਣੀ ਦੇ ਨਾਲ ਜੁੜ ਕੇ, ਗੁਰੂ ਦੀ ਸੇਧ ਲੈ ਕੇ, ਗੁਰੂ ਦੇ ਉੱਤੇ ਵਿਸ਼ਵਾਸ ਦ੍ਰਿੜ ਕਰਕੇ, ਗੁਰੂ ਨਾਨਕ ਦੀ ਓਟ ਲੈ ਕੇ ਚੱਲਦੇ ਹਾਂ, ਉਹਨਾਂ ਜ਼ਿਆਦਾ ਅਸੀਂ ਆਦ ਵੱਲ ਗੁਰੂ ਨਾਨਕ ਸਾਨੂੰ ਤੋਰਦੇ ਨੇ। ਜਿੰਨਾ ਜ਼ਿਆਦਾ ਅਸੀਂ ਸਵਾਲੀਆ ਚਿੰਨ੍ਹ, ਜਿਵੇਂ ਪ੍ਰਭ ਕੀਰਤਨ ਵੀਰ ਜੀ ਵੀ ਕਹਿ ਰਹੇ ਸੀ, ਜਿਹੜੇ ਸਵਾਲੀਆ ਚਿੰਨ੍ਹ ਪਾ ਕੇ, ਉਹ ਸਾਨੂੰ ਆਪਣੀ ਮੱਤ ਆਪ ਪਤਾ ਜੀ। ਸੋ ਅਸੀਂ ਉਸ ਤੋਂ ਡਾਈਵਰਟ ਹੋਈ ਜਾਂਦੇ ਹਾਂ। ਕਿਸੇ ਨੂੰ ਅਗਰ ਟੈਸਟ ਕਰਨ ਲਈ ਕੋਈ ਚੀਜ਼ ਪੁੱਛ ਰਹੇ ਹਾਂ ਤਾਂ ਕਿਸੇ ਦਾ ਕੁਝ ਨਹੀਂ ਜਾ ਰਿਹਾ, ਕਿਉਂਕਿ ਉਹ ਅਗਰ ਉਹਨੂੰ ਐਜ਼ ਏ ਆਪਣੀ ਲਰਨਿੰਗ ਓਪਰਚੁਨਿਟੀ ਲੈ ਰਿਹਾ ਤੇ ਉਹ ਸਿੱਖ ਰਿਹਾ, ਬਟ ਕਿਉਂਕਿ ਅਸੀਂ ਇੰਟੈਂਸ਼ਨਲੀ ਬੈਡ ਦੇ ਨਾਲ ਕੀਤਾ ਤੇ ਸਾਡੇ ਤੇ ਹੀ ਉਸ ਚੀਜ਼ ਦਾ ਸੈਟਬੈਕ ਆਉਣਾ, ਬਿਕੋਜ਼ ਗੁਰੂ ਨਾਨਕ ਦੇ ਲਈ ਤਾਂ ਸਾਰਾ ਕੁਝ ਭਲਾ। ਹੋਪ ਦਿਸ ਹੈਲਪਸ ਜੀ। ਪਰ ਮੈਂ ਜਿਹੜੇ ਤੁਸੀਂ ਰੈਫਰੈਂਸ ਦਿੱਤੇ ਨੇ ਜੀ ਰਾਮਕਲੀ ਦੇ ਵਿੱਚ ਜਿਹੜੀ ਸਿੱਧ ਗੋਸ਼ਟ ਦੇ ਰਾਹੀਂ, ਮੈਂ ਉਸ ਨੂੰ ਹੋਰ ਸਟੱਡੀ ਕਰਾਂਗਾ ਜੀ। ਔਰ ਮੈਂ ਇਹੀ ਬੇਨਤੀ ਕੀਤੀ ਹੈ ਜੀ ਕਿ ਸੰਗਤੀ ਰੂਪ ਵਿੱਚ ਅਸੀਂ ਇਹਨੂੰ, ਇਸ ਕੰਟੈਂਟ ਨੂੰ, ਇਸ ਜ਼ਿਆਦਾ ਕਲੈਰਿਟੀ 'ਚ ਲਿਆ ਸਕਦੇ ਹਾਂ ਜੀ। ਰਲ ਮਿਲ ਕੇ ਅਸੀਂ ਇਹਦੀ ਸਾਂਝ ਪਾ ਕੇ ਇਹਦਾ ਕੰਟੈਂਟ ਜ਼ਿਆਦਾ ਇੰਪਰੂਵ ਕਰ ਸਕਦੇ ਹਾਂ ਜੀ, ਤਾਂ ਕਿ ਪਹਿਲੇ ਅਸੀਂ ਆਪ ਸਿੱਖੀਏ, ਫਿਰ ਅਸੀਂ ਲੋਕਾਂ ਨੂੰ ਦੱਸੀਏ, ਵਰਡ ਤੱਕ ਉਹ ਗੁਰੂ ਨਾਨਕ ਦੇ ਪਿਆਰ ਦੀ ਖੁਸ਼ਬੂ ਫੈਲਾਈਏ ਕਿ ਉਹ ਕਿੰਨੀ ਪਿਓਰੈਸਟ ਫਾਰਮ ਦੇ ਵਿੱਚ ਸਾਡੀ ਝੋਲੀ 'ਚ ਗੁਰੂ ਨਾਨਕ ਨੇ ਪਾਈ ਹੋਈ ਹੈ। ਸਾਡੀ ਝੋਲੀ ਨਹੀਂ, ਪੂਰੀ ਲੁਕਾਈ ਦੀ ਹੈ ਜੀ, ਉਹ ਪੂਰੀ ਲੁਕਾਈ ਵਾਸਤੇ ਹੈ ਜੀ, ਪੂਰੀ ਹਿਊਮੈਨਿਟੀ ਵਾਸਤੇ ਹੈ ਜੀ। हाँ जी, तेजिंदर सिंह जी ने कुछ और काउंटर क्वेश्चन करना है शायद। जी वीर जी। हेलो, हाँ जी, आवाज आ करो, रही गल है करो जी? अपनी। हाँ, हाँ जी, आ रही। मैं आप जी का सवाल आपने जो जवाब दिता है, मैं इस दे नाल ही एक और सवाल पूछना चाहना कि ਜਿਹੜੀ ਤੁਸੀਂ ਇਹ ਕੁਐਸਚਨ ਆਨਸਰ ਤੇ ਇਹ ਸਾਡੀਆਂ ਕਲਾਸਾਂ ਦੇ ਵਿੱਚ ਚੱਲਦੇ ਰਹਿੰਦੇ ਆ, ਜਿਹੜਾ ਪ੍ਰੋਗਰਾਮ ਤੁਸੀਂ ਅਟੈਂਡ ਕਰਦੇ ਹੋ, ਸਵਾਲ ਜਵਾਬ ਦੇ ਔਰ ਦੂਜੇ ਜਿਹੜੇ ਲੈਕਚਰਸ ਵਗੈਰਾ ਹੁੰਦੇ ਨੇ, ਲੇਕਿਨ ਇਹਨੂੰ ਤੁਸੀਂ ਸਲਾਈਡ ਦੇ ਨਾਲ ਕਿਵੇਂ ਰਿਲੇਟ ਕਰਦੇ ਹੋ? ਜਿਵੇਂ ਅਸੀਂ ਅੱਜ ਡਿਸਕਸ਼ਨ ਕੀਤੀ ਹੈ, ਤੇ ਉਸ ਨੂੰ ਤੁਸੀਂ ਸਲਾਈਡ ਦੇ ਨਾਲ ਕਿਵੇਂ ਰਿਲੇਟ ਕਰੋਗੇ ਤਾਂ ਕਿ ਅਸੀਂ ਸਮਝ ਸਕੀਏ what is the utility of your slide presentation? ਹਾਂ, ਉਹਦੇ ਵਿੱਚ ਕੀ ਹੈ ਜੀ ਕਿ ਜਦੋਂ
ਜਿਹੜੀ ਜਿਹੜੀ ਪਹਿਲੇ ਪ੍ਰੈਜੈਂਟੇਸ਼ਨ ਦਿੱਤੀ ਹੈ ਜੀ, ਔਰ ਉਹਨੂੰ ਖੁੱਲਾ ਰੱਖਿਆ ਹੈ, ਔਰ ਇਹ ਜਿਹੜਾ ਹੈਂਡ ਆਊਟ ਹੈਗਾ ਇਸ ਨੂੰ ਵੀ ਖੁੱਲਾ ਰੱਖਿਆ ਤਾਂ ਕਿ ਬਾਜ਼ ਵਕਤ ਇਹ ਹੁੰਦਾ ਜੀ, ਓਕੇ ਪਹਿਲੇ ਮੈਂ ਤੁਹਾਨੂੰ ਇਹ ਦੱਸਦਾ ਜੀ ਕਿ ਅਸੀਂ ਜਿਸ ਵਿਦਿਆ ਦਾ ਹਿੱਸਾ ਹੈਗੇ ਆ, ਉਸ ਵਿਦਿਆ ਦੇ ਵਿੱਚ ਇੱਕ ਪ੍ਰਥਾ ਹੈ, ਇੱਕ ਟ੍ਰੈਡੀਸ਼ਨ ਇਹ ਹੈ ਕਿ ਜਿਹੜਾ ਟੀਚਰ ਹੈ ਉਹਨੂੰ ਇਧਰਲੀ ਭਾਸ਼ਾ ਚ ਆਪਾਂ ਜਿਵੇਂ ਸੇਂਟ ਔਨ ਦਾ ਸਟੇਜ, ਜਿਹਦੇ ਕੋਲ ਨੌਲੇਜ ਹੈ ਉਹਦੇ ਕੋਲ ਉਹ ਪੈਸੇ ਵੀ ਚਾਰਜ ਕਰ ਸਕਦਾ ਹੈ, ਉਹਦੇ ਵਿੱਚ ਉਹਦੀ ਹੋਮੇ ਵੀ ਹੋ ਸਕਦੀ ਹੈ, ਉਹਦੇ ਵਿੱਚ ਉਹਦੇ ਹੋਰ ਸੈਵਰਲ ਚੀਜ਼ਾਂ ਆ ਸਕਦੀਆਂ। ਲੇਕਿਨ ਜਦੋਂ ਅਸੀਂ ਸੰਗਤੀ ਰੂਪ ਵਿੱਚ ਕਰਦੇ ਹਾਂ, ਜਿਵੇਂ ਅਸੀਂ ਫਾਰਮੈਟ SMC ਦੀਆਂ ਕਲਾਸਾਂ 'ਚ ਕਰਦੇ ਹਾਂ, ਅਸੀਂ ਰੈਸੀਪ੍ਰੋਕਲ ਹੋ ਜਾਂਦੇ ਹਾਂ ਜੀ। ਉਹਦੇ ਵਿੱਚ ਸਾਡੀਆਂ ਜਿਹੜੀਆਂ ਰਿਫਲੈਕਸ਼ਨਸ ਨੇ ਇੱਕ ਦੂਸਰੇ ਤੋਂ ਸਿੱਖਣ ਵੱਲ ਜਾਂਦੀਆਂ, ਇੱਕ ਦੂਸਰੇ ਦੀ ਗੱਲ ਨੂੰ ਸੁਣ ਕੇ ਗੁਰੂ ਦੀ ਓਟ ਲੈ ਕੇ ਉਸ ਨੂੰ ਰਿਵਿਊ ਕਰਨ ਵੱਲ ਜਾਂਦੀਆਂ। ਤੋ ਆਹ ਸਾਰੀ ਜਿਹੜੀ ਕਨਵਰਸੇਸ਼ਨ ਮੈਥਡ ਹੈ, ਅਗਰ ਅਸੀਂ ਦੇਖੀਏ ਕਿ ਪੁਰਾਣੀ ਸੈਟਿੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਟਾਈਮ ਵੀ ਇੰਝ ਹੀ ਹੁੰਦਾ ਹੋਏਗਾ, ਬਿਕੋਜ਼ ਉਹਨਾਂ ਨੂੰ ਵੀ ਇਤਿਹਾਸਕ ਰੂਪ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਪਦ ਦੇ ਕੋਲ ਲਿਜਾਇਆ ਗਿਆ, ਮੁਸਲਿਮ ਟੀਚਰ ਕੋਲ ਵੀ ਲਿਜਾਇਆ ਗਿਆ ਔਰ ਹਿੰਦੂ ਟੀਚਰ ਕੋਲ ਵੀ ਲਿਜਾਇਆ ਗਿਆ, ਔਰ ਉਹਨੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਹਾਊਐਵਰ ਗੁਰੂ ਨਾਨਕ ਸਾਹਿਬ ਨੇ ਉਹਨੂੰ ਰੈਸੀਪ੍ਰੋਕੇਟ ਕਰਕੇ ਕੁਝ ਨਵੀਆਂ ਚੀਜ਼ਾਂ ਦੱਸੀਆਂ ਜਿੱਥੇ ਉਹਨਾਂ ਦੇ ਫੁੱਲ ਸਟਾਪ ਲੱਗ ਗਏ, ਔਰ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਉਹ ਮੈਥਡ ਉਹਨਾਂ ਦੇ ਨਾਲ ਰਲ ਕੇ ਚੱਲਣ ਵਾਲਾ ਆ ਗਏ। ਰੈਸੀਪ੍ਰੋਸਿਟੀ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ 2240 ਸਾਲ ਦੀ ਸਿੱਖ ਇਤਿਹਾਸ ਦੇ ਵਿੱਚ ਗੁਰੂ ਚੇਲੇ ਦੀ ਰੈਸੀਪ੍ਰੋਸਿਟੀ ਨੂੰ ਬਹੁਤ ਹੀ ਅਹਿਮੀਅਤ ਦਿੱਤੀ ਗਈ ਹੈ, ਔਰ ਉਹਦੇ ਵਿੱਚ ਫਰਕ ਨਹੀਂ ਮੰਨਿਆ ਗਿਆ। ਜਿਹੜਾ ਗੁਰੂ ਔਰ ਚੇਲਾ ਹੈ ਉਹ ਰੈਸੀਪ੍ਰੋਕਲ ਹੈ। ਦਸਮ ਪਾਤਸ਼ਾਹ ਨੇ ਵੀ ਉਸ ਚੀਜ਼ ਨੂੰ ਅੰਮ੍ਰਿਤ ਦਾ ਪ੍ਰਚਾਰ ਕਰ, ਅੰਮ੍ਰਿਤ 5 ਪਿਆਰਿਆਂ ਨੂੰ ਦੇ ਕੇ 5 ਪਿਆਰਿਆਂ ਤੋਂ ਵਾਪਸ ਅੰਮ੍ਰਿਤ ਲਿਆ। ਸੋ ਦੈਟ ਇਜ਼ ਰੈਸੀਪ੍ਰੋਸਿਟੀ ਆਮ ਟਾਕਿੰਗ ਅਬਾਊਟ। ਸੋ ਇਹ ਦੋਨੋਂ ਜਿਹੜੀਆਂ ਛੋਟੀਆਂ ਪ੍ਰੈਜੈਂਟੇਸ਼ਨ ਨੇ, ਇਹਦਾ ਪਰਪਸ ਇਹ ਸੀ ਕਿ ਤਾਂ ਕਿ ਅਸੀਂ ਇੱਕ ਕਨਵਰਸੇਸ਼ਨ ਆਪਸ ਵਿੱਚ ਕਰ ਸਕੀਏ ਜੀ। ਇੱਧਰਲੇ ਵੈਸਟਰਨ ਵਰਲਡ ਦੇ ਵਿੱਚ ਇਸ ਮੈਥਡ ਨੂੰ ਅਡਾਪਟ ਕੀਤਾ ਜਾ ਰਿਹਾ ਜੀ, ਜਿਹੜਾ ਕਿ ਸਾਡੇ ਕੋਲ ਸਾਨੂੰ ਗੁਰੂ ਨਾਨਕ ਨੇ ਸਾਡੇ ਵਿਰਸੇ 'ਚ ਸਾਡੀ ਝੋਲੀ 'ਚ ਪਾਇਆ ਹੋਇਆ ਜੀ। ਔਰ ਕਿਉਂਕਿ ਅਸੀਂ 150 ਸਾਲ ਥੋੜੀ ਜੀ ਸਾਡੇ ਤੇ ਟਾਈਮ ਠੀਕ ਨਹੀਂ ਸੀ ਆਇਆ ਹੋਇਆ, ਉਸ ਕਰਕੇ ਅਸੀਂ ਇਸ ਆਪਣੇ ਜਿਹੜੇ ਮੇਨ ਰਾਹ ਤੋਂ ਭਟਕ ਚੁੱਕੇ ਹੋਏ ਸੀ। ਲਾਰਜਲੀ ਕੁਝ ਇੰਸਟੀਟਿਊਸ਼ਨਸ ਨੇ ਜਿਵੇਂ ਸਿੱਖ ਮਿਸ਼ਨਰੀ ਕਾਲਜ ਹੈ ਜਾਂ ਹੋਰ ਕੁਝ ਅਦਾਰਿਆਂ ਨੇ ਇਸ ਪੁਰਾਤਨ ਜਿਹੜੀ ਪ੍ਰਥਾ ਨੇ ਉਹਨਾਂ ਨੂੰ ਬਹਾਲ ਕੀਤੀ ਰੱਖਿਆ। ਉਹਦੇ ਵਾਸਤੇ ਜਦੋਜਹਿਦ ਕੀਤੀ ਹੈ, ਉਹਦੇ ਵਾਸਤੇ ਗੁਰੂ ਨਾਨਕ ਨੇ ਮਿਹਰ ਕੀਤੀ ਹੈ ਉਹਨਾਂ ਤੇ, ਔਰ ਉਹਨਾਂ ਨੇ ਇਸ ਚੀਜ਼ ਨੂੰ ਮੇਨਟੇਨ ਕੀਤਾ। ਹਾਊਐਵਰ ਲਾਰਜਲੀ ਅਗਰ ਤੁਸੀਂ ਮੇਰੇ ਨਾਲ ਐਗਰੀ ਕਰੋਗੇ ਤਾਂ ਲਾਰਜਲੀ ਇਸ ਚੀਜ਼ 'ਚੋਂ ਅਸੀਂ ਭੁੱਲ ਚੁੱਕੇ ਹਾਂ, ਕਿਉਂਕਿ ਸਾਡੇ ਕੋਲ ਤ੍ਰੈਗੁਣੀ ਮਾਇਆ ਦਾ ਜਿਹੜਾ ਬੋਲਬਾਲਾ ਬਹੁਤ ਜ਼ਿਆਦਾ ਹੈ, ਔਰ ਸਾਨੂੰ ਡਿਸਟਰੈਕਸ਼ਨਸ ਵੱਲ ਜ਼ਿਆਦਾ ਪਾਇਆ ਜਾ ਰਿਹਾ, ਔਰ ਹੁਣ ਟੈਕਨੋਲੋਜੀ ਦੇ ਆਉਣ ਨਾਲ ਹੋਰ ਜ਼ਿਆਦਾ ਡਿਸਟਰੈਕਸ਼ਨਸ ਆ ਗਈਆਂ ਤੇ ਸਾਨੂੰ ਜਿਹੜਾ ਆਦ ਤੋਂ ਡਿਸਕਨੈਕਟ ਕੀਤਾ ਜਾ ਰਿਹਾ, ਜਿਹੜਾ ਕਿ ਅਸੀਂ ਜਦੋਂ ਡਾਇਲੋਜੀਕਲ ਵੇ 'ਚ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਕੇ ਇਕੁਅਲ ਰੈਸੀਪ੍ਰੋਕਲ ਰਿਫਲੈਕਟਿਵ ਹੁੰਦੇ ਆ। ਤਾਂ ਇਸ ਕਾਰਨ ਕਰਕੇ ਮੈਂ ਦੋਨੋਂ ਚੀਜ਼ਾਂ ਸ਼ੇਅਰ ਕੀਤੀਆਂ ਤਾਂ ਕਿ ਇਹਦੇ ਨਾਲ ਇੱਕ ਕੰਟੀਨਿਊਏਸ਼ਨ ਹੋ ਸਕੇ। ਹਾਂਜੀ, ਨੈਕਸਟ ਗੁਰਚਰਨ ਕੌਰ ਜੀ। ਵੀਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਂ ਇੰਜ ਮੀਨਿੰਗ ਲੈਂਦੇ ਹਾਂ ਕਿ ਆਦ ਪਹਿਲਾ ਮੁੱਢਲਾ ਸ਼ੁਰੂ ਤੋਂ ਜਦੋਂ ਹੋਰ ਕੋਈ ਨਹੀਂ ਸੀ, ਸਮੇਂ ਤੋਂ ਪਹਿਲਾਂ, ਤੇ ਸੱਚ ਅਕਾਲ ਪੁਰਖ, ਤਾਂ ਹੀ ਅਸੀਂ ਉਹ ਅਰਬਦ ਨਰਬਦ ਧੁੰਦੁਕਰਾ ਜਦੋਂ ਹੋਰ ਕੁਝ ਨਹੀਂ ਸੀ, ਇੱਕਦਮ ਹਨੇਰਾ ਸੀ। ਪਰ ਤੁਸੀਂ ਜਿਸ ਤਰ੍ਹਾਂ ਲੈ ਰਹੇ ਹੋ ਲੱਗਦਾ ਹੈ ਕਿ ਆਦ ਦਾ ਮਤਲਬ ਅਕਾਲ ਪੁਰਖ ਹੈ। ਮੈਂ ਠੀਕ ਸਮਝ ਰਹੀ ਹਾਂ ਜਾਂ? ਹੈਲੋ, ਹਾਂਜੀ ਹਾਂਜੀ ਹਾਂਜੀ, ਤੁਸੀਂ ਬਿਲਕੁਲ ਠੀਕ ਸਮਝ ਰਹੇ ਹੋ ਜੀ। ਜਿਹੜੀ ਚੀਜ਼ ਨੇ ਸਾਰੀ ਚੀਜ਼ ਹੀ ਜਿਹੜਾ ਸਹੁਰਾ ਘਰ ਹੈ ਨਾ ਜੀ, ਉੱਥੇ ਸਾਰਾ ਕੁਝ ਸਾਂਝਾ ਹੈ। ਸੋ ਜਿੱਥੇ ਸਾਰਾ ਕੁਝ ਸਾਂਝਾ ਹੈ ਉੱਥੇ ਆਦ ਅੰਤ ਇੱਕੋ ਹੀ ਹੈ ਜੀ, ਉੱਥੇ ਡਿਸਟਿੰਕਸ਼ਨ ਨਹੀਂ ਹੈ ਜੀ। ਸੋ ਉਹ ਜਿਹੜੀ ਚੀਜ਼ ਹਾਥ ਪੇ ਨੇਰੇ ਹੈ ਜੀ, ਜਦੋਂ ਅਸੀਂ ਭੁੱਲ ਜਾਂਦੇ ਹਾਂ ਤਾਂ ਅਸੀਂ ਉਹ ਟ੍ਰਾਈਮੋਡਲ ਰਿਐਲਿਟੀ ਦਾ ਹਿੱਸਾ ਬਣ ਜਾਂਦੇ ਹਾਂ, ਤ੍ਰੈਗੁਣੀ ਮਾਇਆ ਦਾ ਹਿੱਸਾ ਬਣ ਜਾਂਦੇ ਹਾਂ। ਚਾਹੇ ਅਸੀਂ ਆਪਣੇ ਮਾਈਂਡ, ਬੋਡੀ ਜਾਂ ਇਮੋਸ਼ਨਸ ਕਰਕੇ ਟ੍ਰਾਈਮੋਡਲ ਰਿਐਲਿਟੀ 'ਚ ਉਸ ਚੀਜ਼ ਨੂੰ ਐਕਸਪੀਰੀਅੰਸ ਕਰੀਏ, ਚਾਹੇ ਅਸੀਂ ਉਹਨੂੰ ਫਿਜ਼ੀਕਲ ਰਿਐਲਿਟੀ, ਲੈਂਥ, ਬ੍ਰੈਡਥ, ਹਾਈਟ ਦੇ ਉਹ ਵੀ ਟ੍ਰਾਈਮੋਡਲ ਹੈਗਾ ਜੀ, ਜਾਂ ਅਸੀਂ ਉਹਨੂੰ ਟਾਈਮ ਪੱਖੋਂ ਪਾਸਟ, ਪ੍ਰੈਜ਼ੈਂਟ, ਫਿਊਚਰ ਦੇ ਵਿੱਚ ਆਪਣੇ ਮਾਈਂਡ ਨੂੰ ਵੇਵਰ ਕਰਦੇ ਹੋਏ ਨੋਟਿਸ, ਆਬਜ਼ਰਵ ਕਰੀਏ ਜੀ। ਪਰ ਜਿਹੜੀ
ਜਿਹੜੀ ਆਦ ਹੈ ਜੀ ਉਹ ਤਾਂ ਸਦੀਵੀ ਹੈ ਨਾ ਜੀ। ਸੋ ਉਹਦੇ ਵਿੱਚ ਅੱਬ ਵੀ ਨਹੀਂ ਹੈ, ਕੱਬ ਵੀ ਨਹੀਂ ਹੈ, ਤਬ ਵੀ ਨਹੀਂ ਹੈ, ਜਬ ਵੀ ਨਹੀਂ ਹੈ, ਉਸ ਕੁਛ ਹੈ ਹੀ ਨਹੀਂ ਜੀ, ਉਹ ਤੂੰ ਹੀ ਹੈ ਜੀ। ਸੋ ਆਈ ਥਿੰਕ ਅਸੀਂ ਸੇਮ ਪੇਜ ਤੇ ਹਾਂ ਜੀ, ਮੈਂ ਵੀ ਇਹੀ ਸਮਝਦਾ ਜੀ। ਬਾਕੀ ਸੰਗਤ ਦੇ ਵਿੱਚੋਂ ਹੋਰ ਕੁਝ ਵਿਚਾਰ ਅਗਰ ਆਂਦਾ ਤੇ ਅਸੀਂ ਉਸ ਚੀਜ਼ ਵਾਸਤੇ ਵੀ ਸਮਝਣ ਨੂੰ ਤਿਆਰ ਹਾਂ ਜੀ। ਨੈਕਸਟ ਜਸਬੀਰ ਭਾਟੀਆ ਜੀ। जी वाहिगुरू खालसा वाहिगुरू फतेह जी। सब वीर पैनल चरणजीत सिंह आप जो प्रेजेंट कर रहे, मैं छोटे ਜਿਹੇ आईफोन ਤੇ ਦੇਖ ਤਾਂ ਨਹੀਂ ਸਕਿਆ ਕਿਉਂਕਿ ਸੋ ਸਮਾਲ ਛੋਟਾ ਜਿਹਾ ਹੈ, ਲੇਕਿਨ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਜੋ ਕਹਿ ਰਹੇ ਹੋ ਕਿ ਅੱਜ ਕੱਲ ਜੋ ਟਰਾਈ ਮੋਡਲ ਐਗਜ਼ਿਸਟੈਂਸ ਹੈ और टेक्नोलॉजी है, उस करके असी आद तो दूर जा रहे हैं। लेकिन आद जो है वो तो हमेशा ही आद भी सी पहला भी है, फ्यूचर च भी रहेगा। ਉਹਦਾ ਤੇ ਹੁਣ ਵੀ ਉਹੀ ਹੈ ਜੋ ਪਹਿਲਾਂ ਵੀ ਉਹੀ ਸੀਗਾ। ਸੋ ਡਿਸਕਨੈਕਸ਼ਨ ਦਾ ਸਵਾਲ ਨਹੀਂ ਹੈ। ਕੁਐਸਚਨ ਤੇ ਹੈ ਇਹ ਟਰਾਈ ਮੋਡਲ ਵਿੱਚ ਰਹਿੰਦਿਆਂ ਹੋਇਆ ਵੀ ਸਾਨੂੰ ਉਹਦੇ ਨਾਲ ਜੁੜਨਾ ਕਿ ਉਹਦੇ all the modes he is present in all the modes. So why you are making that distinction that ਅਸੀਂ ਉਹ ਤੋਂ ਦੂਰ ਜਾ ਰਹੇ ਹਾਂ ਜਾਂ ਡਿਸਕਨੈਕਟ ਹੋ ਰਹੇ ਹਾਂ? ਤੁਸੀਂ ਮਾਇਆ ਨੂੰ ਉਹਦੀ ਪ੍ਰੈਜ਼ੈਂਸ ਤੋਂ ਹਟਾ ਰਹੇ ਹੋ ਕਿ ਉਹ ਅਕਾਲ ਪੁਰਖ ਤਾਂ ਹਮੇਸ਼ਾ ਹੀ ਹੈ, ਆਲ ਮੋਡਸ ਵਿੱਚ ਹੈਗਾ ਉਹ। ਇਹ ਮੈਨੂੰ ਵਿਚਾਰ ਦੱਸਣਾ ਪਲੀਜ਼। ਜੀ ਬਿਲਕੁਲ ਠੀਕ ਹੈ, ਤੁਸੀਂ ਬਿਲਕੁਲ ਠੀਕ ਹੈ ਜੀ। ਇਹਦੇ ਵਿੱਚ ਅਗਰ ਅਸੀਂ ਥੋੜਾ ਜਿਹਾ ਇਹਨੂੰ ਮੈਂ ਤੁਹਾਨੂੰ ਕੰਟੈਕਸਚੁਅਲਾਈਜ਼ ਕਰਦਾ ਜੀ ਕਿ ਜਿਹੜੀ ਜਿੱਥੇ ਉਹ ਆਪੇ ਆਪ ਹੈ ਨਾ ਜੀ, ਉਹ ਅਗਰ ਅਸੀਂ ਡਿਸਟਿੰਕਸ਼ਨ ਕਰੀਏ ਕਿ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਪੱਟੀ ਲਿਖੀ ਹੈ ਜੀ, ਉਹਦੇ ਵਿੱਚ ਉਹ ਸੱਸੇ ਤੋਂ ਸ਼ੁਰੂ ਕਰਕੇ ਐੜੇ ਤੇ ਖਤਮ ਕਰਦੇ ਨੇ ਜੀ, ਉਹਦੇ ਵਿੱਚ ਉਹ ਆਪੇ ਆਪ ਹੈ ਜੀ, ਰਾਈਟ। ਉਸ ਤੋਂ ਬਾਅਦ ਉਸ ਚੀਜ਼ ਨੂੰ ਐਕਸਟੈਂਡ ਕਰਦੇ ਨੇ ਮਹਲਾ ਤੀਜਾ ਜੀ, ਜਿਹੜੀ ਕਿ ਪੱਟੀ ਨੂੰ ਐਕਸਟੈਂਡ ਕੀਤਾ ਉਹਨਾਂ ਨੇ, ਉਹਦੇ ਵਿੱਚ ਉਹ ਆਪੇ ਆਪ ਦੇ ਨਾਲ ਜਿਹੜਾ ਜੋੜ ਹੈ ਜੀ, ਜਿਹਨੂੰ ਮੈਂ ਸਮਝਦਾ ਕਿ ਜੁਗਾਦ ਵਾਲਾ ਜੋੜ ਹੈ ਜੀ, ਉਹ ਉੱਥੇ ਉਹ ਕਨੈਕਟ ਹੁੰਦਾ ਜੀ। ਸੋ ਜਦੋਂ ਉਹ ਜੁਗਾਦ ਦੇ ਨਾਲ ਕਨੈਕਟ ਹੁੰਦਾ ਤਾਂ ਹੀ ਉਹ ਮਾਇਆ ਦੇ ਰੂਪ ਵਿੱਚ ਵੀ ਆ ਜਾਂਦਾ ਸਾਡੇ ਕੋਲ, ਤਾਂ ਹੀ ਉਹ ਉਹਦੇ ਵਿੱਚ ਮਾਇਆ ਦੇ ਵਿੱਚ ਵੀ ਹੁੰਦੇ ਹੋਏ ਵੀ ਉਹ ਮਾਇਆ ਤੋਂ ਸੈਪਰੇਟ ਹੈ ਜੀ, ਰਾਈਟ। ਸੋ ਕੋਈ ਵੀ ਰੂਪ ਉਹਦੇ ਤੋਂ ਅਲੱਗ ਨਹੀਂ ਹੈ, ਮਾਇਆ ਵੀ ਉਸੇ ਦਾ ਹੀ ਰੂਪ ਹੈ ਜੀ। ਮੈਂ ਸ਼ਾਇਦ ਇੱਕ ਫਰੇਮਵਰਕ ਦੀ ਗੱਲ ਕਰਾਂ ਅਗਰ ਮੈਂ, ਤਾਂ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਫਰੇਮਵਰਕ ਦੇ ਰੂਪ ਵਿੱਚ ਚੀਜ਼ਾਂ ਨੂੰ ਡਿਸਕਸ ਕਰੀਏ, ਕਿਉਂਕਿ ਉਹਦੇ ਨਾਲ ਰਿਲੇਟਡ ਜਿਹੜੀ ਵੀ ਚੀਜ਼ ਹੋਏਗੀ, ਹੁਣ ਜਿਵੇਂ ਤੁਸੀਂ ਮਾਇਆ ਦਾ ਜ਼ਿਕਰ ਕਰ ਰਹੇ ਹੋ, ਚਾਹੇ ਉਹ ਮਾਇਆ, ਚਾਹੇ ਉਹ ਆਦ ਹੈ, ਚਾਹੇ ਉਹ ਕਿਸੇ ਵੀ ਰੂਪ ਵਿੱਚ ਹੈ, ਉਹ ਆਪ ਹੀ ਹੈ ਜੀ, ਸਾਰਾ ਕੁਝ ਆਪ ਹੀ ਹੈ ਜੀ। ਔਰ ਇਹ ਜਿਹੜਾ ਅਸੀਂ ਬੋਲ ਵੀ ਰਹੇ ਹਾਂ ਜੀ, ਬੋਲ ਬੁਲਾ ਰਿਹਾ ਜੀ, ਤਾਂ ਹੀ ਬੋਲ ਰਹੇ ਹਾਂ। ਸੋ ਸਾਡੀ ਜਿਹੜੀ ਆਪਣੀ ਹੋਂਦ ਹੈ, ਉਹ ਤਾਂ ਸਾਡੀ ਇੱਕ ਲਿੰਗੁਇਸਟਿਕ ਆਈਡੈਂਟੀਟੀ ਹੈ ਜੀ। ਮੈਨੂੰ ਕਿਹਾ ਗਿਆ ਮੇਰਾ ਨਾਮ ਚਰਨਜੀਤ ਹੈ, ਮੈਂ ਮੰਨ ਲਿਆ ਜੀ, ਔਰ ਗ੍ਰੈਜੂਅਲੀ ਮੈਨੂੰ ਦੱਸਿਆ ਗਿਆ ਮੇਰਾ ਮਾਂ ਹੈ, ਬਾਪ ਹੈ। ਇਹ ਸਾਰੀਆਂ ਸਾਡੀਆਂ ਲੈਂਗੁਏਜ ਡਰਿਵਨ ਆਈਡੈਂਟੀਟੀਜ਼ ਨੇ ਜੀ, ਜਿਹਦੇ ਵਿੱਚ ਅਸੀਂ ਵਾਦ ਵਿਵਾਦ ਜਾਂ ਝਗੜੇ ਜਾਂ ਸੂਰਤ ਜਾਂ ਕੌਨਸ਼ੀਅਸਨੈਸ ਜਾਂ ਇੱਕ ਮੀਨਿੰਗਫੁਲ ਐਕਸਪੀਰੀਅੰਸ ਜਿਹੜੀ ਮੈਂ ਹੈ ਜੀ, ਹਾਊ ਮੀ ਓਰੀਜਿਨੇਟਸ, ਗੁਰਬਾਣੀ ਆਨਸਰਸ ਵੈਰੀ ਨਾਈਸਲੀ ਔਨ ਦੈਟ ਜੀ, ਕਿ ਜਿਹੜਾ ਮੀਨਿੰਗਫੁਲ ਐਕਸਪੀਰੀਅੰਸ ਹੈ, ਇਟਸ ਅ ਲੈਂਗੁਏਜ ਡਰਿਵਨ ਫਿਨੋਮੇਨਾ। ਔਰ ਜਦੋਂ ਅਸੀਂ ਲੈਂਗੁਏਜ ਤੇ ਜਾਂਦੇ ਹਾਂ ਤੇ ਅਸੀਂ 6000 ਸਾਲ ਪਹਿਲੇ ਤੱਕ ਜਾਂਦੇ ਹਾਂ, ਲੇਕਿਨ ਅਗਰ ਅਸੀਂ ਲੈਂਗੁਏਜ ਤੋਂ ਪਰੇ ਜਾਂਦੇ ਹਾਂ ਤਾਂ ਉੱਥੇ ਸਾਡੇ ਕੋਲ ਆਦ ਰੂਪ ਵਿੱਚ ਮਹਾਰਾਜ ਦੀ ਸੋਝੀ ਆਉਂਦੀ ਹੈ ਜੀ, ਔਰ ਉਹ ਆਪ ਸੋਝੀ ਨਾਲ ਉਂਗਲ ਪਕੜ ਕੇ ਉੱਥੇ ਤੱਕ ਲੈ ਜਾਂਦੇ ਨੇ ਜੀ, ਕਿਉਂਕਿ ਅਸੀਂ ਬਾਣੀ ਦੀ ਓਟ ਆਸਰਾ ਲੈ ਕੇ ਚੱਲਦੇ ਹੁੰਦੇ ਹਾਂ ਜੀ। ਸੋ ਹੋਪ ਦੈਟ ਆਨਸਰਸ ਯੋਰ ਕੁਐਸਚਨ ਜੀ। ਮੈਂ ਕਿਸੇ ਵੀ ਸਟੇਜ ਤੇ ਉਹਨਾਂ ਨੂੰ ਡਿਸਟਿੰਕਟ ਨਹੀਂ ਕਰ ਰਿਹਾ ਜੀ, ਡਿਸਟਿੰਕਟ ਕਰ ਰਿਹਾ ਲਿੰਗੁਇਸਟਿਕ ਆਈਡੈਂਟੀਟੀ ਨੂੰ, ਜਿਹੜੀ ਕਿ ਪਾਸਟ ਪ੍ਰੈਜ਼ੈਂਟ ਫਿਊਚਰ ਚ ਜਾ ਕੇ ਜਾਂ ਟ੍ਰਾਈਮੋਡਲ ਰਿਐਲਿਟੀ ਚ ਆਪਣੇ ਆਪ ਨੂੰ ਉਸ ਤੋਂ ਉਸੇ ਦੀ ਬਣਾਈ ਹੋਈ ਛਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਉਸ ਤੋਂ ਅੱਡਰੀ ਹਸਤੀ ਚ ਸਮਝਣ ਲੱਗ ਪੈਂਦੀ ਹੈ ਜੀ। ਨੈਕਸਟ ਡਾਕਟਰ ਕਿਰਪਾਲ ਸਿੰਘ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਦਿਸ ਇਜ਼ ਵੈਰੀ ਇੰਟਰਸਟਿੰਗ ਡਿਸਕਸ਼ਨ ਤੇ ਆਈ ਵਾਂਟ ਟੂ ਆਸਕ ਯੂ ਓਪੀਨੀਅਨ ਰਿਗਾਰਡਿੰਗ ਜਦੋਂ ਅਸੀਂ ਕਹਿੰਦੇ ਇੱਕ ਓਂਕਾਰ ਬਾਅਦ ਜਾਂ ਸਤਨਾਮ, ਤੇ ਸਤਨਾਮ ਜਿਹੜਾ ਇੱਥੇ ਹੁਣ ਜੁਗਾਦ ਸੱਚ ਜੁਗਾਦ ਸੱਚ, ਉੱਥੇ ਸਤ ਦਾ ਜਿਹੜਾ ਰੂਪ ਉਹ ਸੱਚ ਬਣ ਜਾਂਦਾ ਤੇ ਨਾਲੇ ਜਿਹੜਾ ਇੱਕ ਓਂਕਾਰ ਹੈ, ਇੱਕ ਤੋਂ ਜਿਹੜਾ ਓਂਕਾਰ ਹੈ ਉਹ ਦਿਸ ਇਜ਼ ਮਾਈ ਅੰਡਰਸਟੈਂਡਿੰਗ ਕਿ ਵੀ ਉਹ ਜਿਵੇਂ ਤੱਤਾ ਹੁੰਦਾ ਨਾ, ਤੱਤਾ ਓਮ ਦਾ ਜਿਹੜਾ ਲਫ਼ਜ਼ ਹੈ ਬਈ ਬ੍ਰਹਮਾ ਵਿਸ਼ਨੂੰ ਮਹੇਸ਼,
ਤੇ ਉਹ ਜਿਹੜੇ ਅਲੱਗ-ਅਲੱਗ ਹੋਣ ਦੇ ਬਜਾਏ ਮਹਾਰਾਜ ਨੇ ਉਸ ਨੂੰ ਊੜੇ ਦੇ ਰੂਪ 'ਚ ਬੰਦ ਹੀ ਕਰ ਦਿੱਤਾ ਵੀ ਉਹ ਜਿਹੜੀਆਂ ਕੁਆਲਿਟੀਜ਼ ਆ ਜਿਹੜੀਆਂ ਇੱਕ ਉਸੇ ਦੀਆਂ ਹੀ ਆ, ਇਹ ਅਲੱਗ-ਅਲੱਗ ਹਸਤੀਆਂ ਨਹੀਂ ਹੈ। ਤੇ ਗਾਂ ਜਿਹੜਾ ਆਕਾਰ ਹੈ ਉਹ ਕਿ ਵੀ ਇਹ ਇਟਸ ਐਨ ਆਨਗੋਇੰਗ ਪ੍ਰੋਸੈਸ, ਡਾਇਨਾਮਿਕ ਪ੍ਰੋਸੈਸ। ਇੱਕ ਓਮਕਾਰ ਸਤ, ਇਸ ਤਰ੍ਹਾਂ ਫਿਰ ਉਹਨੂੰ ਸਤਨਾਮ ਕਿਹਾ। ਇਹਦਾ ਕੋਈ ਰੀਜ਼ਨ ਹੈ ਵਾਈ ਉਹਨਾਂ ਨੇ ਸਤ ਤੋਂ ਸੱਚ ਸ਼ੁਰੂ ਕਰ ਦਿੱਤਾ, ਆਦ ਸੱਚ ਜੁਗਾਦ ਸੱਚ? ਜੀ ਬਹੁਤ ਬਹੁਤ ਜ਼ਿਆਦਾ ਇਹਦੇ ਚ ਰੈਲੇਵੈਂਟ ਹੈ ਜੀ। ਔਰ ਤੁਸੀਂ ਬੜਾ ਅੱਛਾ ਇੱਕ ਸਵਾਲ ਪੁੱਛਿਆ ਜੀ ਕਿ ਮਹਾਰਾਜ ਨੇ ਏਕ ਓਂਕਾਰ ਲਿਖ ਕੇ ਉਹਦੀ ਕੋਈ ਅੱਗੇ ਟੈਕਸਟ ਕਿਉਂ ਨਹੀਂ ਪਾਇਆ ਜੀ, ਰਾਈਟ? ਉਹਦੇ ਬਾਰੇ ਚ ਜਿਵੇਂ ਹੋਰ ਥਾਂ ਤੇ ਮਹਾਰਾਜ ਨੇ ਪਾਇਆ ਹੋਇਆ ਏਕ ਓਂਕਾਰ, ਓਂਕਾਰ, ਰਾਈਟ, ਲੇਕਿਨ ਉਹ ਲਿਖਣ ਤੋਂ ਬਾਅਦ ਕਿਉਂ ਨਹੀਂ ਪਾਇਆ? ਮੈਂ ਵੀ ਇਸ ਬਾਰੇ ਕਾਫੀ ਪਜ਼ਲ ਰਿਹਾ ਜੀ। ਲੇਕਿਨ ਆਈ ਥਿੰਕ ਕਿ ਅਗਰ ਅਸੀਂ ਹਿਸਟੋਰੀਕਲੀ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਐਵੀਡੈਂਸ ਮਿਲਦਾ ਹੈ ਉਹ ਮਿਲਦਾ ਹੈ ਕਿ ਅਸੀਂ ਇਸ਼ਾਰਿਆਂ ਨਾਲ, ਸਾਈਨ ਲੈਂਗੁਏਜ ਦੇ ਨਾਲ ਇੱਕ ਦੂਸਰੇ ਨੂੰ ਗੱਲਬਾਤ ਕਰਨੀ ਸ਼ੁਰੂ ਕੀਤੀ, ਰਾਈਟ? ਸੋ ਔਰ ਮੇਰੇ ਹਿਸਾਬ ਨਾਲ ਮੈਨੂੰ ਇਹ ਜਾਪਦਾ ਹੈ ਕਿ ਜਿਹੜਾ ਏਕ ਓਂਕਾਰ ਪਾਇਆ ਹੋਇਆ ਹੈ ਜਿਹਦਾ ਅਸੀਂ ਮਤਲਬ ਲਗਾ ਲਿਆ ਹੈ, ਬਿਕੋਜ਼ ਵੀ ਹੈਵ ਯੂਜ਼ਡ ਅ ਲੈਂਸ, ਜਿਹੜਾ ਅਸੀਂ ਵੈਦਿਕ ਲੈਂਸ ਯੂਜ਼ ਕੀਤਾ ਹੈ ਜੀ। ਹਿਸਟੋਰੀਕਲੀ ਜਿੱਥੇ ਅਸੀਂ ਸਾਨੂੰ ਵਿਦਿਆ ਦਿੱਤੀ ਗਈ ਤਾਂ ਜਿਹੜੇ ਵੀ ਸਾਡੇ ਵਿਦਵਾਨ ਸੀ ਜਾਂ ਜਿਹੜੇ ਵੀ ਪੰਡਿਤ ਸੀ ਜਾਂ ਜਿਹੜੇ ਵੀ ਸਕਾਲਰ ਸੀ, ਉਹਨਾਂ ਨੇ ਜੋ ਸਾਨੂੰ ਲੈਂਸ ਦਿੱਤਾ ਉਹਨੂੰ ਮੈਂ ਵੈਦਿਕ ਲੈਂਸ ਦੇ ਤੌਰ ਤੇ ਮੰਨਦਾ, ਜਿਹਦੇ ਵਿੱਚ ਆਕਾਰ ਦੀ ਗੱਲ ਹੋ ਰਹੀ ਹੈ ਜਾਂ ਊੜੇ ਦੀ ਗੱਲ ਹੋ ਰਹੀ ਹੈ। ਜੇ ਆਪਾਂ ਦੇਖੀਏ ਤੇ ਮਹਾਰਾਜ ਨੇ ਸੱਸੇ ਤੋਂ ਹੀ ਅੱਖਰ ਸ਼ੁਰੂ ਕੀਤੇ ਨੇ ਔਰ ਸੱਸੇ ਤੋਂ ਹੀ ਪੱਟੀ ਸ਼ੁਰੂ ਕੀਤੀ ਹੈ। ਥੀਸ ਆਰ ਕਨੈਕਟਡ ਜੀ। ਔਰ ਜਿਹੜਾ ਏਕ ਓਂਕਾਰ ਦੀ ਸ਼ੇਪ ਹੈ, ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਇਸ ਚੀਜ਼ ਦਾ ਇੱਕ ਉਪਰਾਲਾ ਜ਼ਰੂਰ ਕਰੀਏ, ਕਿਉਂਕਿ ਮੇਰੇ ਕੋਲ ਕਾਫੀ ਸਾਰਾ ਐਵੀਡੈਂਸ ਹੈ ਜਿਹੜਾ ਇਸ ਵਾਸਤੇ ਵੱਲ ਪੁਆਇੰਟ ਆਊਟ ਕਰਦਾ ਹੈ ਕਿ ਉਹਦੀ ਸ਼ੇਪ ਕੀ ਹੋਣੀ ਚਾਹੀਦੀ ਹੈ। ਮਹਾਰਾਜ ਨੇ ਬੜੀਆਂ ਨਿਸ਼ਾਨੀਆਂ ਦਿੱਤੀਆਂ, ਬੜੀਆਂ ਪੰਕਤੀਆਂ ਰਾਹੀਂ ਸਾਨੂੰ ਉਸ ਚੀਜ਼ ਨੂੰ ਰੀਇਨਫੋਰਸ ਕੀਤਾ ਕਿ ਇਹਦੀ ਜਿਹੜੀ ਹੈ ਏਕ ਓਂਕਾਰ ਦੀ ਕਿਸ ਤਰ੍ਹਾਂ ਦੀ ਸ਼ੇਪ ਹੋਣੀ ਚਾਹੀਦੀ ਹੈ, ਕਿਹਦਾ ਵੇਟੇਜ ਕਿੱਥੇ ਕਿੰਨੀ, ਐਵਰੀਥਿੰਗ ਇਜ਼ ਵੈਰੀ ਕਲੀਅਰਲੀ ਡਿਫਾਈਨਡ ਇਨ ਦੈਟ ਜੀ। ਔਰ ਬਹੁਤ ਹੀ ਸਾਇੰਟੀਫਿਕਲੀ ਇਸ ਚੀਜ਼ ਦੀ ਜਿਹੜੀ ਰੂਪ ਰੇਖਾ ਦੱਸੀ ਹੋਈ ਹੈ ਜੀ। ਸੋ ਜਿੱਥੇ ਇੱਕ ਬਿਸਮਾਦ ਆ ਜਾਂਦਾ ਜੀ, ਜਿੱਥੇ ਸਾਡੇ ਕੋਲੋਂ ਲਫ਼ਜ਼ ਖਤਮ ਹੋ ਜਾਂਦੇ ਨੇ, ਉੱਥੇ ਉਹ ਏਕ ਓਂਕਾਰ ਦਾ ਜਿਹਨੂੰ ਅਸੀਂ ਆਪਣੀ ਅੰਡਰਸਟੈਂਡਿੰਗ ਵਾਸਤੇ ਯੂਜ਼ ਕਰ ਲੈਂਦੇ ਹਾਂ ਉਹਦੀ ਪ੍ਰੋਨਾਂਸੀਏਸ਼ਨ, ਬਟ ਬੇਸਿਕਲੀ ਉਹ ਅਬੋਲ ਵਾਲੀ ਸਟੇਟ ਹੈ ਜੀ, ਜਿੱਥੇ ਕੋਈ ਬੋਲ ਨਹੀਂ ਹੈ ਜੀ। ਰਸ ਪ੍ਰੇਮ ਭਰੀ ਕਿਛ ਬੋਲ ਨਾ ਜਾਣੀ, ਇਹ ਉਹ ਸਟੇਜ ਹੈ ਜੀ ਜਿੱਥੇ ਉਹਨਾਂ ਨੇ ਏਕ ਓਂਕਾਰ ਪਾਇਆ ਜੀ। ਮੈਨੂੰ ਐਂ ਜਾਪਦਾ ਜੀ। ਉਸ ਤੋਂ ਬਾਅਦ ਫਿਰ ਅਸੀਂ ਵਿਚਾਰ ਵਾਲੀ ਸਟੇਜ ਵਿੱਚ ਆ ਜਾਂਦੇ ਹਾਂ, ਜਿੱਥੇ ਉਹ ਸਤਨਾਮ ਤੋਂ ਲੈ ਕੇ ਅੱਗੇ, ਜਿਵੇਂ ਤੁਸੀਂ ਬਿਲਕੁਲ ਠੀਕ ਦੱਸਿਆ ਜੀ। ਮੈਂ ਇੱਥੇ ਇੱਕ ਛੋਟੀ ਜਿਹੀ ਪੁਆਇੰਟ ਆਊਟ ਕਰਾਂਗਾ ਜੀ। ਮੈਨੂੰ ਪਿਛਲੇ ਵੀਰ ਨੇ ਕਿਹਾ ਸੀ ਕਿ ਹਾਊ ਟੈਕਨੋਲੋਜੀ ਹੈਜ਼ ਐਡਡ ਟੂ ਦ ਡਿਸਟਰੈਕਸ਼ਨ ਜੀ। ਜਦੋਂ ਵੀ ਅਸੀਂ ਇੰਟਰਨੈਟ ਬਰਾਊਜ਼ ਕਰ ਰਹੇ ਹਾਂ, ਜਿਹੜੇ ਬਹੁਤ ਜ਼ਿਆਦਾ ਬਰਾਊਜ਼ਰ ਕਰਦੇ ਨੇ ਜਾਂ ਹੁਣ ਸਾਡੇ ਕੋਲ ਮੋਬਾਈਲ ਆ ਗਏ ਨੇ, ਇਹਦੇ ਵਿੱਚ ਇੱਕ ਬੜੀ ਅਨੋਖੀ ਜੀ ਗੱਲ ਇਹ ਹੋਈ ਹੈ ਜੀ ਕਿ ਸਾਨੂੰ ਇੱਕ ਮਿੰਟ ਬਾਅਦ ਕੋਈ ਨਾ ਕੋਈ ਉਹ ਫਲੈਸ਼ ਪਾ ਦਿੰਦੇ ਨੇ ਜੀ। ਕੋਈ ਪੌਪ ਅਪ ਵਿੰਡੋ ਆ ਜਾਂਦੀ ਹੈ ਜੀ, ਕੋਈ ਸਾਡੇ ਕੋਲ ਲਿੰਕ ਆ ਜਾਂਦਾ ਜੀ, ਕੋਈ ਮਾਰਕੀਟਿੰਗ ਇੰਨੀ ਕੁ ਜ਼ਿਆਦਾ ਐਕਸਪੈਂਡ ਹੋ ਗਈ ਹੈ ਜੀ ਇੰਟਰਨੈਟ ਦੇ ਥਰੂ ਕਿ ਸਾਡੀ ਜਿਹੜੀ ਉਹ ਨਿਮਖ ਵਾਲੀ ਸਟੇਜ ਜਿਹਦੇ ਵਿੱਚ ਅਸੀਂ ਅਕਾਲ ਪੁਰਖ ਦੇ ਨਾਲ ਜੁੜ ਸਕਦੇ ਹਾਂ, ਧਿਆਨ ਸਾਡਾ ਜਿਹੜਾ ਸਾਵਧਾਨ ਇਕਾਗਰ ਚਿੱਤ ਹੋਣਾ ਚਾਹੀਦਾ ਹੈ, ਜਿਹਦੇ ਵਾਸਤੇ ਸਾਨੂੰ ਡਿਵੈਲਪ ਐਫਰਟ ਕਰਨੀ ਪੈਂਦੀ ਹੈ ਕਿ ਸਾਡਾ ਜਿਹੜਾ ਧਿਆਨ ਹੈ ਇਕਾਗਰ ਚਿੱਤ ਹੋਵੇ। ਟੈਕਨੋਲੋਜੀ ਨੇ ਆ ਕੇ ਉਹਨੂੰ ਕਾਫੀ ਹੱਦ ਤੱਕ ਡਿਸਟਰੈਕਟ ਕਰਤਾ ਜੀ। ਲੇਕਿਨ ਇਹਦਾ ਐਡਵਾਂਟੇਜ ਕੀ ਹੈ? ਅਸੀਂ ਜਿਹੜੀ ਗੁਰਮਤ ਹੈ ਉਹਦੀ ਖੋਜ ਬਹੁਤ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ਜੀ। ਜਿਹੜਾ ਕੋਈ ਸਾਡੇ ਕੋਲ ਕਨਸੈਪਟ ਆਉਂਦਾ, ਜਿਵੇਂ ਵੈਦਿਕ ਲੈਂਸ ਨੂੰ ਅਗਰ ਅਸੀਂ ਪਰੇ ਕਰ ਦਈਏ ਤੇ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ, ਜਿਹਨੂੰ ਆਪਾਂ ਸਹਿਜ ਪ੍ਰਣਾਲੀ ਕਹਿੰਦੇ ਹਾਂ ਰਿਸਰਚ ਦੀ, ਗੁਰਬਾਣੀ ਦੇ ਵਿੱਚੋਂ ਹੀ ਗੁਰਬਾਣੀ ਦੀ ਵੈਲੀਡੇਸ਼ਨ ਹੋ ਰਹੀ ਹੈ ਜੀ, ਨਿਊਮਰਸ ਟਾਈਮ, ਇੱਕ ਵਾਰੀ ਨਹੀਂ ਜੀ। ਸੋ ਉਹ ਟੈਕਨੋਲੋਜੀ ਸਾਨੂੰ ਹੈਲਪ ਕਰ ਸਕਦੀ ਹੈ। ਤੇ ਮੇਰੀ ਬੇਨਤੀ ਇਹੀ ਹੋਏਗੀ ਕਿ ਅਸੀਂ ਸਾਂਝੇ ਸੰਗਤੀ ਰੂਪ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਗੁਰਬਾਣੀ ਦੇ ਵਿੱਚੋਂ ਜਿਹੜੀ ਇਨਸਾਈਟਸ ਇਮਰਜ ਕਰ ਰਹੀਆਂ ਉਹਨਾਂ ਨੂੰ ਵੈਲੀਡੇਟ ਕਰਕੇ ਉਹਦਾ ਇੱਕ ਕੰਟੈਂਟ ਜਿਹੜਾ ਹੈਗਾ ਉਹ ਸ਼ੇਅਰ ਕਰੀਏ। ਬਿਕੋਜ਼ ਸਾਡੇ ਕੋਲ ਸੋ ਫਾਰ 150 ਸਾਲ ਦੀ ਜਿਹੜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਬੀਤਿਆ, ਉਸ ਤੋਂ ਬਾਅਦ ਸਾਡੇ ਕੋਲ ਕੋਈ ਪੂਰੀ ਸੇਧ ਨਹੀਂ ਆਈ। ਅਲੱਗ-ਅਲੱਗ ਟਾਈਮ ਤੇ ਇੰਸਟੀਟਿਊਸ਼ਨਸ ਆਏ ਨੇ, ਸਿੱਖ ਮਿਸ਼ਨਰੀ ਇਜ਼ ਵਨ ਆਫ them, ਬਟ ਸਾਨੂੰ ਇੱਕ ਇਸ ਚੀਜ਼ ਨੂੰ ਹੋਰ ਦ੍ਰਿੜ ਕਰਨਾ ਚਾਹੀਦਾ ਹੈ, ਕਿਉਂਕਿ ਟੈਕਨੋਲੋਜੀ ਨੇ ਸਾਰਾ ਕੁਝ ਹੀ
बदलता है, कोविड ने सारा कुछ ही बदलता है. सो वी नीड टू रीडिस्कवर our heritage जी. ਇਟਸ ਗੈਟਿੰਗ ਵੈਰੀ ਇੰਟਰਸਟਿੰਗ ਤੇ ਬਹੁਤ ਸਾਰੇ ਹੈਂਡਸ ਰੇਜ਼ ਹੋ ਰਹੇ ਹਨ ਤੇ ਸਮਾਂ ਵੀ ਬੜੀ ਤੇਜ਼ੀ ਨਾਲ ਸਮਾਪਤੀ ਦੇ ਨੇੜੇ ਪਹੁੰਚ ਚੁੱਕਾ ਹੈ। तो मैं रिक्वेस्ट करूंगा कि वे प्लीज बी ब्रीफ ਤੇ ਬੜੇ ਥੋੜੇ ਟਾਈਮ 'ਚ ਆਪਣੀ ਗੱਲ ਆਪ ਸਾਂਝੀ ਕਰੋ ਤੇ ਚਰਨਜੀਤ ਸਿੰਘ ਜੀ ਨੂੰ ਵੀ ਕਹਾਂਗਾ ਕਿ ਉਹ ਵੀ ਆਪਣੇ ਆਨਸਰ ਜਿਹੜੇ ਨੇ ਐਜ਼ ਕੰਸਾਈਜ਼ ਐਜ਼ ਪ੍ਰੀਸਾਈਜ਼ ਪੋਸੀਬਲ ਉਹਨਾਂ ਨੂੰ ਬਰੀਫ ਕਰ ਲੈਣ ਕਿਉਂਕਿ 5-6 ਹੈਂਡਸ ਆਲਰੇਡੀ ਖੜੇ ਨੇ। तो ठीक है। डॉक्टर जेते जी। हेलो, वाहिगुरू जी का खालसा, वाहिगुरू जी की फतेह। फतेह जी। I agree with you, जो ਤੁਸੀਂ ਡਿਸਕ੍ਰਾਈਬ ਕੀਤਾ ਹੈਗਾ। ਦੋ ਕੁਐਸਚਨ ਹੈ। ਤੁਸੀਂ ਕਹਿੰਦੇ ਸਾਇੰਟੀਫਿਕ ਪ੍ਰਿੰਸੀਪਲ ਅਗਰ ਅਸੀਂ ਯੂਜ਼ ਕਰੀਏ ਇਨ ਟਰੂ ਸੈਂਸ, ਇਟ ਇਜ਼ ਅ ਕੰਟਰੋਲ ਐਂਡ ਐਕਸਪੈਰੀਮੈਂਟਲ ਦੋ ਫੇਜ਼ ਹੁੰਦੇ ਆ। To describe something, it is only fact remaining or relating only to that experimental evidence, meaning it's only one aspect, one two-dimensional. However, Gurbani de vich jo assi padhde hage, it's like a infinite dimensions and infinite possibilities, or infinity into infinity. However, jo tusi keh rahe ho akal purkh Paramatma, ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ, ਇਟਸ ਜਿਹਨੇ ਕਿਹਾ ਵੀ ਆਦ ਵਿੱਚ ਵਾਹਿਗੁਰੂ ਕਿਹੜਾ ਸੀ, ਜੁਗਾਦ ਵਿੱਚ ਕਿਹੜਾ ਸੀ। ਗੁਰੂ ਜੀ ਨੇ ਕਹਿਤਾ ਕਿ ਆਦ ਵਿੱਚ ਵੀ ਉਹੀ ਸੀਗਾ, ਜੁਗਾਦ ਵਿੱਚ ਵੀ ਉਹੀ ਹੈ ਤੇ ਫਿਊਚਰ ਦੇ ਵਿੱਚ ਵੀ ਉਹੀ ਹੈ। ਐਮ ਆਈ ਕਰੈਕਟ? ਜੀ ਜੀ ਜੀ। ਸੋ ਟਾਈਮ ਰਿਲੇਟਡ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਵਾਲ ਪੁੱਛਦੇ ਹਾਂ, ਉਹਨਾਂ ਨੇ ਰਿਲੇਟ ਕਰਤਾ ਟੂ ਦੈਟ ਵਨ ਇਨਫਿਨਿਟ soul which exists in all, and the practice means next phase ਦੇ ਵਿੱਚ ਕਿ ਅਸੀਂ ਤ੍ਰੈਗੁਣੀ ਨੂੰ ਪਾਸੇ ਕਰਕੇ ਗੱਲਾਂ ਬਾਤਾਂ ਕਿੱਦਾਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਐਬਸੋਲੂਟਲੀ, ਬਿਲਕੁਲ ਠੀਕ ਕਿਹਾ ਜੀ ਤੁਸੀਂ। ਨੈਕਸਟ ਸਰਦਾਰ ਮੇਲਾ ਸਿੰਘ ਜੀ। ਹਾਂਜੀ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਹਾਂਜੀ ਵੀਰ ਜੀ, ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਵੀਰ ਜੀ ਉੱਤਰ ਦੇ ਰਹੇ ਨੇ, ਬੜੇ ਸਹਿਜ ਮੱਥੇ ਦੇ ਨਾਲ। ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ, ਔਰ ਜੋ ਇਹਨਾਂ ਨੇ ਅੱਜ ਦੱਸਿਆ ਬਹੁਤ ਹੀ ਵਧੀਆ ਕਿ ਜਿਸ ਤਰ੍ਹਾਂ ਸਿੱਧਾਂ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਕੀਤੇ ਜਾਂ ਪਾਦੇ ਕੋਲ ਜਦੋਂ ਗੁਰੂ ਸਾਹਿਬ ਨੂੰ ਭੇਜਿਆ ਗਿਆ ਤਾਂ ਪਾਦੇ ਦੀ ਵੀ ਹਉਮੈ ਤਾਂ ਇੱਕ ਵਾਰੀ ਇਸ ਤਰ੍ਹਾਂ ਹੋਈ ਹੋਣੀ ਕਿ ਮੈਨੂੰ ਇਹ ਬੱਚਾ ਕੀ ਕਹਿ ਰਿਹਾ ਗੁਰੂ ਸਾਹਿਬ ਨੂੰ, ਤੇ ਸਿੱਧਾਂ ਦੇ ਨਾਲ ਵੀ ਬਹੁਤ ਹੀ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਔਰ ਇਸੇ ਢੰਗ ਤਰੀਕੇ ਨਾਲ ਸਾਨੂੰ ਸਾਰੇ ਗੁਰੂ ਵੀਰਾਂ ਨੂੰ ਪ੍ਰਸ਼ਨਾਂ ਦੇ ਉੱਤਰ ਦੇਖਣੇ, ਕੋਈ ਇੰਟੈਂਸ਼ਨ ਨਹੀਂ ਹੁੰਦੀ ਕਿਸੇ ਦੀ, ਕੋਈ ਹਉਮੈ ਨਹੀਂ ਹੁੰਦੀ, ਇੱਕ ਦੂਜੇ ਨੂੰ ਸੁਣਨ ਵਾਲੀ ਗੱਲ ਹੈ। ਇਸ ਲਈ ਮੈਂ ਬਹੁਤ ਹੀ ਉਹਨਾਂ ਦਾ ਧੰਨਵਾਦ ਕਰਦਾ। ਔਰ ਇੱਕ ਮੇਰਾ ਪ੍ਰਸ਼ਨ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੁੱਚ ਦਾ ਥੋੜਾ ਜਿਹਾ ਕਲੀਅਰ ਕਰ ਦੇਣ ਤਾਂ ਧੰਨਵਾਦ ਦਿਆਂਗੇ। ਵਾਹਿਗੁਰੂ ਖਾਲਸਾ ਵਾਹਿਗੁਰੂ। ਸ਼ੁਕਰ ਹੈ ਜੀ, ਸ਼ੁਕਰ। ਜੀ ਨੈਕਸਟ ਸਰ ਇਕਬਾਲ ਸਿੰਘ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਆਦ ਦੀ ਜਿਹੜੀ ਗੱਲ ਹੋ ਰਹੀ ਹੈ ਗੁਰਬਾਣੀ ਦੇ ਵਿੱਚ, ਆਦ ਕੇਵਲ ਤੇ ਕੇਵਲ ਅਕਾਲ ਪੁਰਖ ਕਰਤੇ ਨੂੰ ਹੀ ਮੰਨਿਆ ਗਿਆ, ਕਿਹਾ ਗਿਆ ਹੈ। ਔਰ ਇਸ ਦਾ ਜਦੋਂ ਆਦ ਦੀ ਅਸੀਂ ਵਿਸ਼ੇਸ਼ ਪਰਿਭਾਸ਼ਾ ਜਾਂ ਗੁਰਮਤ ਦਾ ਜਿਹੜਾ ਹੈਗਾ ਫੈਸਲਾ, ਉਹ ਜਦੋਂ ਦੱਸਦੇ ਅਵਗਤੋਂ ਨਰਮਾਇਲ ਉਪਜੈ ਨਿਰਗੁਣ ਤੇ ਸਰਗੁਣ ਥੀਆ। ਆਦ ਦੀ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਦੇ ਵਿੱਚ ਆਉਂਦਾ। ਗੁਰਬਾਣੀ ਦਾ ਆਧਾਰ ਉਹ ਉਸ ਵੇਲੇ ਸਾਨੂੰ ਆਦ ਬਾਬਤ ਪਤਾ ਲੱਗਦਾ ਵੀ ਇਹ ਆਦ ਹੈ। ਆਦ ਪੁਰਖ, ਆਦ ਜੁਗਾਦ, ਇਹ ਅਕਾਲ ਪੁਰਖ ਕਰਤੇ ਦੇ ਬੋਧਕ ਪੁਰਖ ਜਿਹੜਾ ਹੈਗਾ। ਆਦ ਭਾਵ ਮੁੱਢ, ਜਿਹੜਾ ਬੀਜ ਹੈਗਾ ਉਹ ਬੂਟਾ ਜਿਹੜਾ ਉਦੋਂ ਬਣਦਾ ਜਦੋਂ ਉਹ ਮੁੱਢ ਜਿਹਦਾ ਹੋਵੇ, ਉਹ ਕੇਵਲ ਤੇ ਕੇਵਲ ਅਕਾਲ ਪੁਰਖ ਕਰਤੇ ਦਾ ਹੀ ਮੁੱਢ ਹੈ, ਸੰਸਾਰ ਦਾ, ਜਗਤ ਦੇ ਪਸਾਰੇ ਦਾ। ਔਰ ਜਿਹੜੀ ਮਾਇਆ ਹੈ ਉਹ ਕੁਦਰਤ, ਇਹ ਫਿਰ ਉਸ ਤੋਂ ਉਸਦੀ ਕ੍ਰੀਏਸ਼ਨ ਹੈਗੀ ਆ, ਉਸਦੀ ਪੈਦਾਇਸ਼ ਕੀਤੀ ਹੋਈ ਇਹ ਹੈਗੀ ਹੈ। ਤੇ ਆਦ ਨੂੰ ਜਦੋਂ ਗੁਰਬਾਣੀ ਪ੍ਰਗਟ ਕਰਦੀ ਆ, ਉਹ ਅਵਗਤੋ ਨਰਮਾਇਲ ਉਪਜੈ ਨਿਰਗੁਣ ਤੇ ਸਰਗੁਣ ਥੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੈਕਸਟ ਸਰਦਾਰ ਰਜਿੰਦਰ ਸਿੰਘ ਜੀ।
ਵੀਰ ਵਾਹ ਜੀ ਖਾਲਸਾ ਵਾਹ ਜੀ ਫਤਿਹ। ਮੈਂ ਫਤਿਹ ਜੀ। ਵੀਰ ਜੀ ਕਹਿਣਾ ਸੀ ਕਿ ਜੇ ਸਾਡਾ ਪ੍ਰੈਮਿਸ ਇਹੋ ਹੈ ਕਿ ਵੀ ਸਾਰਾ ਸ੍ਰਿਸ਼ਟੀ ਜਿਹੜੀ ਹੈ ਵਾਹਿਗੁਰੂ ਦੀ ਹੈ, ਉਸੇ ਨੇ ਬਣਾਈ ਹੈ ਤੇ ਉਸੇ ਵਿੱਚ ਉਹ ਆਪ ਵਸਦਾ ਹੈ, ਤੇ ਫਿਰ ਆਦ ਜੁਗਾਦ ਤੇ ਹੋਰ ਜਿਹੜੀ ਚੀਜ਼ਾਂ ਨੇ ਇਹਦਾ ਤਾਂ ਕੋਈ ਰੈਲੇਵੈਂਸ ਹੀ ਰਹਿੰਦੀ ਨਹੀਂ। जी रेलिवेंस इस तरह है जी कि ਵੇਖਣ ਕੋ ਪਰਪੰਚ ਕੀਆ, ਰਾਈਟ। ਸੋ ਉਹ ਆਪ ਹੀ ਉਸ ਚੀਜ਼ ਨੂੰ ਆਨੰਦ ਵੀ ਮਾਣਦਾ ਨਾ ਜੀ। ਜਿਹੜਾ ਸਾਨੂੰ ਇੱਕ ਮੀਨਿੰਗਫੁਲ ਐਕਸਪੀਰੀਅੰਸ ਹੋ ਰਿਹਾ ਜੀ, ਉਹ ਸਾਡੀ ਜਿਹੜੀ ਜੁਗਾਦ, ਹੈਪੀ ਔਰ ਹੋਸੀ ਦੇ ਵਿੱਚ ਉਹਨੇ ਜਿਹੜੀ ਸਾਡੀ ਕ੍ਰੀਏਸ਼ਨ ਰਚੀ ਹੈ ਜੀ, ਉਸ ਕਰਕੇ ਹੋ ਰਿਹਾ। ਜੇ ਉਹ ਜਦੋਂ ਉਹ ਨਹੀਂ ਰਚਦਾ ਤੇ ਉਹ ਇੱਕ ਅੰਕਾਰ ਹੀ ਰਹਿ ਜਾਂਦਾ ਜੀ। ਜਦੋਂ ਸਾਰਾ ਇਹ ਖੇਲ ਸਮੇਟ ਲੈਂਦਾ ਤਾਂ ਉਹ ਇੱਕ ਅੰਕਾਰ ਹੀ ਹੁੰਦਾ ਜੀ। ਸੋ ਇਹ ਉਹਨੇ ਜਦੋਂ ਉਹਦਾ ਮਨ ਆਉਂਦਾ ਤਾਂ ਉਹ, ਜਦੋਂ ਉਹਦਾ ਭਾਣਾ ਹੁੰਦਾ ਤਾਂ ਉਹ ਇਸ ਪ੍ਰਪੰਚ ਰਚ ਕੇ ਤਾਂ ਸਾਰਾ ਰੰਗ ਮਾਣਦਾ ਜੀ। ਫਿਰ ਜਦੋਂ ਉਹ ਆਪਣੀ ਮਿਹਰ ਕਰਦੇ ਹੋਏ ਉਸ ਪਾਸੇ ਵੱਲ ਵਾਪਸ ਚਲਾ ਜਾਂਦਾ ਜੀ ਤਾਂ ਉੱਥੇ ਇੱਕ ਅੰਕਾਰ ਹੀ ਹੈ ਜੀ। ਔਰ ਜਿਹੜੀ ਪਹਿਲੇ ਵੀਰ ਨੇ ਦੱਸੀ ਸੀ ਜੀ, ਬੜੀ ਪਿਆਰੀ ਪੰਕਤੀ ਉਹਨਾਂ ਨੇ ਮੈਂਸ਼ਨ ਕੀਤਾ ਸੀ ਜੀ, ਉਹ ਬੜੀ ਹੀ ਅਨੋਖੀ ਗੱਲ, ਉਹਨਾਂ ਨੇ ਬੜੀ ਹੀ ਪਿਆਰੀ ਗੱਲ ਕੀਤੀ ਸੀ। ਅਨੋਖੀ ਨਹੀਂ, ਗੁਰਬਾਣੀ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਵੈਲੀਡੇਸ਼ਨ ਹੈ ਜੀ। ਕਿ ਉਹ ਮੈਂ ਆਲਰੇਡੀ ਉਸ ਚੀਜ਼ ਨੂੰ ਥੋੜਾ ਜਿਹਾ ਹਿੰਟ ਆਊਟ ਕੀਤਾ ਸੀ ਕਿ ਰਸ ਪ੍ਰੇਮ ਭਰੀ ਜਿਹੜੀ ਹੈ ਨਾ ਜੀ, ਉਹ ਤਾਂ ਬਸ ਉਹ ਆਨੰਦ ਹੀ ਹੈ ਜੀ। ਉਸ ਤੋਂ ਬਾਅਦ ਫਿਰ ਜਦੋਂ ਉਹਨੇ ਰੂਪ ਵਿੱਚ ਆਉਣਾ ਤਾਂ ਉਹ ਆਪਣੇ ਰੂਪ ਵਿੱਚ ਆ ਕੇ ਫਿਰ ਆਪਣੀ ਕੀਤਾ ਹੋਇਆ ਆਪ ਹੀ ਵੇਖਦਾ ਜੀ ਤੇ ਸਰਾਂਦਾ ਜੀ, ਤੇ ਫਿਰ ਉਹ ਆਪ ਹੀ ਆਪਣੇ ਵਿੱਚ ਸਿਮਟ ਜਾਂਦਾ ਜੀ। ਇੱਕ ਅੰਕਾਰ ਉੱਥੇ ਹੋ ਜਾਂਦਾ ਜੀ। ਹਾਂਜੀ, ਬਹੁਤ ਇੰਟਰਸਟਿੰਗ ਰਹੀ ਡਿਸਕਸ਼ਨ। ਤੇ ਲੱਗਦਾ ਹੈ ਕਿ ਅਜੇ ਮੁੱਕਣ ਦੇ ਵੀ ਨੇੜੇ ਨਹੀਂ ਹੈ, ਕਿਉਂਕਿ ਅਜੇ ਵੀ ਲੋਕਾਂ ਦੇ ਮਨਾਂ 'ਚ ਕਈ ਸਾਰੇ ਸਵਾਲ ਹੋਣਗੇ ਔਰ ਹੋਰ ਵੀ ਆਉਂਦੇ ਰਹਿਣਗੇ। ਤੇ ਅਸੀਂ ਮੇਬੀ ਇਸ ਵਿਸ਼ੇ ਨੂੰ ਕਿਸੇ ਇੱਕ ਹੋਰ ਸੈਟਰਡੇ ਨੂੰ ਥੋੜਾ ਟਾਈਮ ਜਦੋਂ ਵੀ ਸਾਡੇ ਕੋਲ ਫ੍ਰੀ ਨਿਕਲੇਗਾ ਤੇ ਉਹ ਵੀਰ ਜੀ ਨਾਲ ਡਿਸਕਸ ਕਰਕੇ ਕਾਮਨ ਡੇਟ ਲੈ ਕੇ ਤੇ ਇੱਕ ਸੈਟਰਡੇ ਨੂੰ ਇਹਨੂੰ ਵਰਕ ਸੈਸ਼ਨ ਨੂੰ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦੇ ਵਾਸਤੇ ਹੁਣ ਇੱਕ ਲਾਸਟ ਹੈਂਡ ਸਰ ਤਜਿੰਦਰ ਸਿੰਘ ਦਾ ਰਿਪੀਟ ਹੈ ਤੇ ਮੈਂ ਕਹਾਂਗਾ ਕਿ ਵੀ ਉਹ ਸੰਖੇਪ ਵਿੱਚ ਆਪਣੀ ਗੱਲ ਕਰਨ ਤੇ ਉਸ ਤੋਂ ਬਾਅਦ ਫਿਰ ਸਮਾਪਤੀ ਕਰਾਂਗੇ। ਸਰ ਚਰਨਜੀਤ ਸਿੰਘ ਜੀ, ਥੈਂਕ ਯੂ ਵੈਰੀ ਮਚ। ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿੱਥੋਂ ਅਸੀਂ ਸਲਾਈਡ ਤੋਂ ਆਰੰਭ ਕੀਤਾ ਸੀਗਾ, ਤੇ ਆਈ ਥਿੰਕ ਆਵਰ ਡਿਸਕਸ਼ਨ ਲੀਡਸ ਅਸ ਟੂ ਐਨੀ ਕਨਕਲੂਜਨ ਔਰ ਐਨੀ ਕੰਸੈਂਸਸ। ਸੋ ਸਾਡਾ ਜਿਹੜਾ ਕੋਈ ਕੰਸੈਂਸਸ ਇਸ ਡਿਸਕਸ਼ਨ ਦੇ ਵਿੱਚੋਂ ਪੈਦਾ ਹੋਏਗਾ ਤੇ ਤੁਸੀਂ ਕਿਵੇਂ ਉਸ ਨੂੰ ਟੈਕਨੀਕਲੀ ਜਾਂ ਜਿਹੜੀ ਤੁਸੀਂ ਸਲਾਈਡ ਬਣਾਈ ਹੈਗੀ ਹੈ, ਮਤਲਬ ਸਟਿਲ ਵੀ ਵਾਂਟ ਟੂ ਅੰਡਰਸਟੈਂਡ ਕਿ ਤੁਸੀਂ ਇਸ ਕੰਸੈਂਸਸ ਨੂੰ ਉੱਥੇ ਕਿਵੇਂ ਰਿਫਲੈਕਟ ਕਰੋਗੇ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਸਮਝ ਆ ਸਕੇ। ਉਹਦੇ ਵਿੱਚ ਵੀਰ ਜੀ ਮੈਂ ਫਿਰ ਆਈ ਥਿੰਕ ਜਦੋਂ ਸਾਡੀ ਪਹਿਲੀ ਵਾਰੀ ਗੱਲਬਾਤ ਹੋਈ ਸੀ ਜੀ, ਮੈਂ ਤੁਹਾਡੀ ਗੱਲ ਤੋਂ ਜਿਹੜਾ ਤੁਸੀਂ ਅਰਬਦ ਨਰਬਦ ਦਾ ਮੈਂਸ਼ਨ ਕੀਤਾ ਸੀ ਜੀ, ਜਦੋਂ ਮੈਂ ਆਪਣਾ ਗ੍ਰਾਫ ਜਿਹੜਾ ਬਣਾਇਆ, ਜਿਹੜਾ ਕਿ ਹਜੇ ਸੰਗਤ ਤੱਕ ਨਹੀਂ ਅਸੀਂ ਸ਼ੇਅਰ ਕਰ ਪਾਏ, ਔਰ ਜਦੋਂ ਵੀ ਗੁਰੂ ਨਾਨਕ ਮਿਹਰ ਕਰਨਗੇ ਉਹ ਸ਼ੇਅਰ ਹੋ ਜਾਏਗਾ। ਲੇਕਿਨ ਉਹਦੇ ਵਿੱਚ ਜਿਹੜਾ ਸੁਣਨ ਦਾ ਅੱਖਰ ਹੈਗਾ ਉਹ ਮੈਂ ਉਸ ਨੂੰ ਅਡੈਪਟ ਕਰਕੇ ਉਹਦੇ ਵਿੱਚ ਪਾਇਆ ਜੀ, ਤਾਂ ਕਿ ਸਾਨੂੰ ਉਹ ਪਾਰਟਿਕੂਲਰ ਲਾਈਨ ਜਿਹਨੂੰ ਮੈਂ ਪ੍ਰਾਈਮੋਡੀਅਲ ਫੇਜ਼ ਮੰਨ ਰਿਹਾ ਸੀ, ਉਹ ਤੁਸੀਂ ਸੁਣਨ ਦੇ ਨਾਲ ਰਿਲੇਟ ਕਰਕੇ ਇਸ ਤਰ੍ਹਾਂ ਹੀ ਸੰਗਤ ਦੇ ਵਿੱਚੋਂ ਜਿੰਨੀ ਅੱਜ ਗੱਲਬਾਤ ਹੋਈ ਹੈ ਜੀ, ਇਹ ਸਾਰੀਆਂ ਚੀਜ਼ਾਂ ਨੂੰ ਮੈਂ ਜਦੋਂ ਦੁਬਾਰਾ ਆਪਣੇ ਕੋਲ ਸੁਣਾਂਗਾ ਔਰ ਇਹ ਕੰਟੈਂਟ ਇੰਪਰੂਵ ਹੋਏਗਾ ਜੀ। ਦੈਟਸ ਵਾਟ ਆਈ ਐਮ ਟ੍ਰਾਈਂਗ ਟੂ ਸੇ ਕਿ ਜਿਹੜੀ ਅੱਜ ਅਸੀਂ 2 ਮਿੰਟ ਦੀ ਜਿਹੜੀ ਵੀਡੀਓ ਬਣੀ ਹੈ ਜੀ, ਉਹਦੇ ਵਿੱਚ ਹੀ ਹੁਣ ਸੰਗਤ ਦੇ ਜੋ ਵੀ ਇਨਪੁਟਸ ਆਈਆਂ ਜੀ, ਉਹਦੇ ਬੇਸ ਤੇ ਉਹਦੇ ਵਿੱਚ ਐਡੀਸ਼ਨਸ ਹੋਈ ਜਾਣਗੀਆਂ ਔਰ ਉਹ 2 ਵਾਲੀ ਅੱਗੋਂ ਜਾ ਕੇ 5 ਮਿੰਟ ਦੀ 10 ਮਿੰਟ ਦੀ ਇੱਕ ਕੰਪਰੀਹੈਂਸਿਵ ਫਰੇਮਵਰਕ ਦੀ ਵੀਡੀਓ ਬਣ ਜਾਏਗੀ, ਤਾਂ ਕਿ ਸਾਡੇ ਕੋਲ ਉਹ ਇੱਕ ਬਿਲਕੁਲ ਕੰਪਰੀਹੈਂਸਿਵ ਫਾਈਂਡ ਵਿੱਚ ਇੱਕ ਫਰੇਮਵਰਕ ਦੇ ਰੂਪ ਵਿੱਚ ਆ ਜਾਵੇ, ਤਾਂ ਕਿ ਸਾਨੂੰ ਆਪਣੇ ਸਵਾਲ ਜਵਾਬ ਉਹਦੇ ਵਿੱਚੋਂ ਸਾਰੇ ਆਨਸਰ ਲੱਭਣ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਜਿਉਂ ਸੰਗਤ ਦੀ ਇਨਪੁਟਸ ਆਈ ਜਾਣਗੀਆਂ ਜੀ, ਸੰਗਤ ਦੇ ਸਵਾਲਾਂ ਦੇ ਰਾਹੀਂ ਉਸ ਚੀਜ਼ ਵਿੱਚ ਇੰਪਰੋਵਾਈਜ਼ ਹੋਈ ਜਾਏਗੀ ਜੀ, ਤੇ ਮੈਂ ਉਹਨਾਂ ਚੀਜ਼ਾਂ ਨੂੰ ਐਡ ਅਪ ਕਰੀ ਜਾਵਾਂਗਾ ਜੀ। ਬਾਈ ਦ ਐਂਡ ਆਫ ਆਵਰ ਸੈਸ਼ਨ ਸਾਡੇ ਕੋਲ ਇੱਕ ਸੰਗਤੀ ਰੂਪ ਵਿੱਚ ਤਿਆਰ ਕੀਤੀ ਹੋਈ ਆਦ ਬਾਣੀ ਬਾਰੇ
ਆਦ ਜੁਗਾਦ ਬਾਰੇ ਰਿਫਲੈਕਸ਼ਨਸ ਆ ਜਾਣਗੀਆਂ ਜੀ, ਸੰਗਤ ਦੀਆਂ ਰਿਫਲੈਕਸ਼ਨਸ ਆ ਜਾਣਗੀਆਂ ਜੀ, ਗੁਰਮਤ ਦੀ ਔਰ ਫਿਰ ਉਹ ਕਿਉਂਕਿ ਸੰਗਤ ਨੇ ਕਾਫੀ ਸਾਰੀਆਂ ਚੀਜ਼ਾਂ ਅੱਜ ਵੈਲੀਡੇਟ ਵੀ ਕਰਤੀਆਂ ਨਾ ਜੀ, ਕੁਝ ਚੀਜ਼ਾਂ ਜਿਹੜੇ ਮੇਰੇ ਕੋਲ ਕਨਸੈਪਟ ਵੇਵਰਿੰਗ ਸੀ ਉਹ ਸੰਗਤ ਨੇ ਵੈਲੀਡੇਟ ਕਰਤੇ ਨੇ ਜੀ। ਸੋ ਇਹ ਆਈਲ ਕੀਪ ਔਨ ਐਡਿੰਗ ਜੀ, ਸੋ ਇਹ ਇੰਪਰੂਵਾਈਜ਼ ਹੋਈ ਜਾਏਗੀ ਜੀ। ਥੈਂਕ ਯੂ ਵੀਰ ਜੀ। ਆਈ ਵੁੱਡ ਲਾਈਕ ਟੂ ਅੰਡਰਸਟੈਂਡ ਜਿਹੜੀ ਅਸੀਂ ਡਿਸਕਸ ਕੀਤਾ ਸੀਗਾ ਕਿ ਬੈਕਵਰਡ ਐਂਡ ਫਾਰਵਰਡ ਇੰਟੀਗ੍ਰੇਸ਼ਨ ਜਿਹੜੀ ਡਿਸਕਸ਼ਨ ਦੀ ਉਹ ਕਿਵੇਂ ਉਸ ਤੁਹਾਡੀ ਸਲਾਈਡ ਦੇ ਵਿੱਚ ਰਿਫਲੈਕਟ ਹੋਏਗੀ। ਤਾਂ ਬੈਕਵਰਡ ਐਂਡ ਫਾਰਵਰਡ ਇੰਟੀਗ੍ਰੇਸ਼ਨ we would like to understand when we meet next in this session or any other platform. ਠੀਕ ਹੈ ਜੀ, ਅਗਲੀ ਸੈਸ਼ਨ ਵਾਸਤੇ ਇਸ ਚੀਜ਼ ਨੂੰ ਅਸੀਂ ਉਮੀਦ ਕਰਾਂਗੇ ਕਿ ਵੀਰ ਜੀ ਬੜੇ ਉਦੋਂ ਡਿਟੇਲ ਦੇ ਨਾਲ ਇਸ ਪੁਆਇੰਟ ਨੂੰ ਟੈਕਲ ਕਰਨਗੇ। ਤਾਂ ਅੱਜ ਦੇ ਇਸ ਡਿਸਕਸ਼ਨ ਵਾਸਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਇਸ ਤੋਂ ਪਹਿਲਾਂ ਕਿ ਹੁਣ ਕਲਾਸ ਦੀ ਸਮਾਪਤੀ ਕਰੀਏ, ਸਰਦਾਰ ਕੁਲਵੰਤ ਸਿੰਘ ਜੀ ਦਾ ਹੈਂਡ ਰੇਜ਼ ਹੋਇਆ, ਉਹਨਾਂ ਦੀ ਵੀ ਗੱਲ ਸੁਣ ਲੈਂਦੇ ਹਾਂ। ਹਾਂਜੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਮੈਂ ਜੀ, ਜੀ। ਡਿਸਕਸ਼ਨ ਤੋਂ ਇਹ ਜੱਜ ਕੀਤਾ ਹੈਗਾ ਕਿ ਇਹ ਬੜਾ ਇੰਟਰਸਟਿੰਗ ਟੌਪਿਕ ਤੇ ਹੈ, ਬਟ ਇਹ ਬਹੁਤ ਡੂੰਘਾ ਟੌਪਿਕ ਹੈਗਾ। ਤੇ ਹੋ ਸਕਦਾ ਮੇਰੇ ਵਰਗੇ ਸਾਰਿਆਂ ਲਈ ਨਾ ਹੋਵੇ ਪੋਸੀਬਲ ਇਹਨੂੰ ਸਮਝਣ ਦਾ, ਤੇ ਔਰ ਥੋੜਾ ਜਿਹਾ ਇਹਨੂੰ ਟਾਈਮ ਜ਼ਿਆਦਾ ਚਾਹੀਦਾ ਹੈ, ਥੋੜਾ ਐਡੀਸ਼ਨਲ ਟਾਈਮ ਚਾਹੀਦਾ ਹੈ। 1-1.5 ਘੰਟੇ ਦਾ ਟੌਪਿਕ ਨਹੀਂ, 2-2.5-3 ਘੰਟੇ ਦੇ ਟੌਪਿਕਸ ਹੈਗੇ ਨੇ ਮੇਰੇ ਖਿਆਲ ਨਾਲ ਇਨ ਵਨ ਸਟਰੀਮ। ਤੇ ਅਗਰ ਇਹਦੇ ਲਈ ਕੋਈ ਸੈਪਰੇਟ ਟਾਈਮ ਅਸੀਂ ਅਗਰ ਨੀਅਤ ਕਰ ਦਈਏ ਉਹ ਮੈਂ ਸੁਜੈਸਟ ਕਰਾਂਗਾ ਉਹ ਜ਼ਿਆਦਾ ਅੱਛਾ ਰਹੇਗਾ, ਔਰ ਲੰਬਾ ਟਾਈਮ ਦੇਈਏ ਉਹਨੂੰ, ਘੱਟੋ ਘੱਟ 2-2.5 ਘੰਟੇ ਹੋ, ਦੈਟ ਇਜ਼ ਬੈਟਰ। ਚਲੋ ਜੀ, ਜਿਵੇਂ ਪ੍ਰੈਕਟੀਕਲੀ ਫਿਜ਼ੀਬਲ ਹੋਏਗਾ ਫਿਰ ਇਹਦੇ ਤੇ ਕੋਸ਼ਿਸ਼ ਕਰ ਲਾਂਗੇ। ਫਿਲਹਾਲ ਅੱਜ ਦਾ ਟਾਈਮ ਤੇ ਇੱਥੇ ਹੀ ਖਤਮ ਹੋ ਰਿਹਾ ਹੈ, ਤੇ ਅਗਲਾ ਸੈਸ਼ਨ ਅਸੀਂ ਵੀਰ ਜੀ ਨਾਲ ਕੰਸਲਟ ਕਰਕੇ ਤੇ ਅਗਲੀ ਡੇਟ ਅਨਾਉਂਸ ਕਰ ਦਿਆਂਗੇ। तो ਹੁਣ ਮੈਂ ਬੇਨਤੀ ਕਰਾਂਗਾ ਵੀਰ ਹਰਜੀਤ ਸਿੰਘ ਜੀ ਨੂੰ ਉਹ ਅਗਲੀ ਅਨਾਉਂਸਮੈਂਟ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਨਾਉਂਸਮੈਂਟ ਕਰਨ ਤੋਂ ਪਹਿਲਾਂ ਸਿਰਫ ਮੈਨੂੰ ਜੋ ਲੱਗਦਾ ਹੈ ਅੱਜ ਦਾ ਸੈਸ਼ਨ ਬੜਾ ਸਵਾਦਲਾ ਤਾਂ ਹੈ ਹੀ ਹੈ, ਇੰਟਰਸਟਿੰਗ ਤੇ ਸਵਾਦਲਾ ਹੈ, ਪਰ ਮੈਨੂੰ ਇਹ ਲੱਗਦਾ ਵੀ ਆਦ ਦੇ ਲਈ ਸਾਡੇ ਕੋਲ ਸ਼ਬਦ ਨਹੀਂ ਹੈ ਜਿਹਨੂੰ ਅਸੀਂ ਬਿਆਨ ਕਰੀਏ। ਬਸ ਮੈਂ ਇੱਕੋ ਗੱਲ ਇੱਥੇ ਆ ਕੇ ਖਤਮ ਕਰਨੀ ਚਾਹੁੰਦਾ ਕਿ ਆਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਵੀ ਜੇ ਗੁਰੂ ਸਾਹਿਬ ਨੇ, ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਵੀ ਉਹ ਬਿਆਨ ਹੀ ਨਹੀਂ ਹੈ, ਤੇ ਫਿਰ ਆਦ ਨੂੰ ਬਿਆਨ ਤੋਂ ਬਾਹਰ ਹੀ ਗੱਲ ਹੈ, ਜਿਹੜੀ ਮੈਨੂੰ ਨਹੀਂ ਲੱਗਦਾ ਵੀ ਸਾਡੇ ਕੋਲ ਸ਼ਬਦ ਹੈਗੇ ਨੇ ਜਿਹਨੂੰ ਅਸੀਂ ਆਦ ਨੂੰ ਬਿਆਨ ਕਰੀਏ। ਜੁਗਾਦ ਤੋਂ ਅਸੀਂ ਬਿਆਨ ਕਰ ਸਕਦੇ ਹਾਂ, ਪਰ ਆਦ ਤੋਂ ਅਸੀਂ ਬਿਆਨ ਨਹੀਂ ਕਰ ਸਕਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਹੀ ਕਹਿ ਦਿੱਤਾ ਵੀ ਉਹ ਤਾਂ ਹੈ ਹੀ ਕੁਛ ਨਹੀਂ ਸੀ, ਉਹ ਆਪ ਹੀ ਸੀ, ਤੇ ਫਿਰ ਆਪ ਨੂੰ ਅਸੀਂ ਕੀ ਬਿਆਨ ਕਰੀਏ? ਨਾ ਅਸੀਂ ਵੇਖਿਆ, ਨਾ ਅਸੀਂ ਬਿਆਨ ਕਰ ਸਕਦੇ ਹਾਂ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਵੀਰ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਵੀ ਇਹ ਛੋਟੀ ਜਿਹੀ ਜਿਹੜਾ ਕਿ ਮੇਰਾ ਦਿਮਾਗ 'ਚ ਗੱਲ ਕਰ ਰਹੀ ਹੈ ਵੀ ਆਦ ਨੂੰ ਸ਼ਾਇਦ ਇਹਨਾਂ ਸ਼ਬਦਾਂ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ। ਜੀ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਵੀਰ ਜੀ ਥੋੜਾ ਜਿਹਾ ਇਹਦੇ ਬਾਰੇ ਮੈਨੂੰ ਦੱਸ ਦਿਓ, ਆਪਾਂ ਕਲਾਸ ਦੀ ਸਮਾਪਤੀ ਕਰੀਏ। ਚਰਨਜੀਤ ਸਿੰਘ ਵੀਰ ਜੀ। ਵੀਰ ਜੀ ਵੀਰ ਜੀ ਜਿੰਨਾ ਮੈਨੂੰ ਸਮਝ ਆ ਜੀ, ਪਰ ਮੈਂ ਇਹ ਤੁਹਾਡਾ ਪੁਆਇੰਟ ਵੈਲ ਟੇਕਨ ਹੋ ਗਿਆ ਜੀ। ਮੈਂ ਇਹਦੇ ਤੇ ਥੋੜਾ ਜਿਹਾ ਹੋਰ ਕਿਉਂਕਿ ਕੁਝ ਚੀਜ਼ਾਂ ਐਸੀਆਂ ਅੱਜ ਜੋ ਤੇਜਿੰਦਰ ਵੀਰ ਜੀ ਵੀ ਪੁੱਛ ਰਹੇ ਸੀ, ਕੁਝ ਚੀਜ਼ਾਂ ਅੱਜ ਐਸੀਆਂ ਸੰਗਤ ਵਿੱਚੋਂ ਉੱਭਰ ਕੇ ਆਈਆਂ ਜਿਨ੍ਹਾਂ ਨੇ ਮੈਨੂੰ ਵੀ ਚੈਲੰਜ ਕੀਤਾ ਜੀ। ਜੋ ਮੇਰੀ ਸੋਚ ਸੀ ਉਹਦੇ ਵਿੱਚ ਵੀ ਮੈਨੂੰ ਲਰਨਿੰਗ ਦੀ ਓਪਰਚੁਨਿਟੀ ਆ ਰਹੀ ਹੈ ਜੀ, ਐਂਡ ਦਿਸ ਇਜ਼ ਵਨ ਆਫ ਦੈਮ। MP ਸਿੰਘ ਵੀਰ ਜੀ ਨੇ ਜਿਹੜੀ ਗੱਲ ਕੀਤੀ ਹੈ ਜੀ, ਕੁਦਰਤ ਕਵਨ ਕਾ ਵਿਚਾਰ, ਦੈਟਸ ਅਨਦਰ ਵਨ, ਰਾਈਟ। ਸੋ ਇਹ ਤਾਂ ਮੈਂ ਇਮੀਡੀਏਟਲੀ ਤੁਹਾਨੂੰ ਕਹਿ ਸਕਦਾ ਨਾ ਜੀ, ਬਟ ਮੇਰੇ ਕੋਲ ਜਿਵੇਂ ਮੈਂ ਦੁਬਾਰਾ ਅੱਜ ਦੀ ਕਨਵਰਸੇਸ਼ਨ ਨੂੰ ਜਾ ਕੇ ਦੁਬਾਰਾ ਸੁਣਾਂਗਾ, ਤੇ ਇਹ ਸਾਰੇ ਦਾ ਅਲਟੀਮੇਟ ਇਹ ਹੋ ਜਾਏਗਾ ਜੀ ਕਿ ਸਾਡੇ ਕੋਲ ਇੱਕ ਕੰਪਰੀਹੈਂਸਿਵ ਕੰਟੈਂਟ ਡਿਵੈਲਪ ਹੋ ਜਾਏਗਾ ਜੀ, ਜਿਹੜਾ ਕਿ ਆਨਲਾਈਨ ਟੈਕਨੋਲੋਜੀ ਦੇ ਨਾਲ ਕੰਪੈਟੀਬਲ ਹੋਏਗਾ ਜੀ, ਔਰ ਜਿਹੜੀ ਸੰਗਤ ਹੈ ਉਹ ਇਸ ਚੀਜ਼ ਦੇ ਵਿੱਚ ਕੰਟੀਨਿਊਸ ਆਪਣੀ ਇੰਗੇਜਮੈਂਟ ਦਿਖਾ ਸਕਦੀ ਹੈ ਜੀ। ਔਰ ਤੁਹਾਡਾ ਪੁਆਇੰਟਸ ਵੈਲ ਟੇਕਨ ਹੈ ਵੀਰ ਜੀ। ਮੈਂ ਸਮਾਂ ਵੀ ਬਹੁਤ ਹੋ ਗਿਆ, ਤਾਂ ਮੈਂ ਇਹਨੂੰ ਜੇ ਆਪਾਂ ਮੇਰੇ ਲਈ ਵੀ ਓਪਰਚੁਨਿਟੀ ਹੈ ਜੀ ਲਰਨਿੰਗ ਦੀ। ਸੋ ਬਹੁਤ ਤੁਸੀਂ ਬਿਲਕੁਲ ਠੀਕ ਕਿਹਾ ਜੀ। ਮੈਂ ਇਸ ਚੀਜ਼ ਦੇ ਉੱਤੇ ਥੋੜਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗਾ ਜੀ, ਗੁਰੂ ਦੇ ਨਾਲ ਗੁਰਬਾਣੀ ਦੇ ਵਿੱਚੋਂ ਬਹੁਤ ਹੋਰ ਧੰਨਵਾਦ ਸਮਝਣ ਦੀ ਵੀਰ ਕੋਸ਼ਿਸ਼ ਚਰਨਜੀਤ ਕਰਾਂਗਾ। ਸਿੰਘ ਜੀ, ਮੈਂ ਬਹੁਤ ਕਿਰਪਾ ਕੀਤੀ ਆਪ ਜੀ ਨੇ। ਅੱਜ ਦਾ ਇਹ ਸੈਸ਼ਨ ਸਾਡਾ ਬੜਾ ਹੀ ਰਾਹਬੰਦ ਸਾਬਤ ਹੋਏਗਾ। ਤਾਂ ਮੈਂ ਕਲਾਸ ਦੀ ਸਮਾਪਤੀ ਤੋਂ ਪਹਿਲਾਂ ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਸਾਡੇ ਕੋਲ ਕੋਈ ਜਿਹੜੇ ਵੀ ਨਵੇਂ ਆਏ ਨੇ ਉਹਨਾਂ ਦੀ ਜਾਣਕਾਰੀ ਕਰਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।